ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸ਼ਮਾਦਾਨ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਆਪ ਸਭ ਸਰੋਤਿਆਂ ਦਾ ਮੈਂ ਜਸਪ੍ਰੀਤ ਸਿੰਘ ਸਵਾਗਤ ਕਰਦਾ ਹਾਂ ਜੀ। ਸੋ ਅਸੀਂ ਜੁੜ ਚੁੱਕੇ ਹਾਂ ਜੀ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ, ਅਤੇ ਅੱਜ ਦਿਨ ਹੈ 18 ਜੂਨ ਤਰੀਕ ਅਤੇ ਦਿਨ ਹੈ ਜੀ ਸ਼ੁੱਕਰਵਾਰ ਦਾ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨਾ ਹੈ ਅਤੇ ਉਸ ਦੇ ਸਭ ਤੋਂ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜਨਗੇ ਜੀ ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੱਟੀ ਸਾਹਿਬ, ਜੋ ਖਬਰਾਂ ਦੇ ਉੱਤੇ ਝਾਤ ਪਾਉਣਗੇ ਅਤੇ ਖਬਰਾਂ ਦੇ ਬਾਰੇ ਗੱਲਬਾਤ ਕਰਨਗੇ। ਪ੍ਰੋਗਰਾਮ ਦੇ ਦੂਸਰੇ ਹਿੱਸੇ ਦੀ ਗੱਲ ਕਰੀਏ ਤਾਂ ਉਸ ਦੌਰਾਨ ਸਾਡੇ ਨਾਲ ਜੁੜਨਗੇ ਜੀ ਸਟੂਡੀਓ ਤੋਂ ਲਾਈਵ ਬਖਤੌਰ ਸਿੰਘ ਢਿੱਲੋਂ ਜੀ। ਅਤੇ ਪ੍ਰੋਗਰਾਮ ਦੇ ਤੀਸਰੇ ਅਤੇ ਆਖਰੀ ਹਿੱਸੇ ਦੇ ਵਿੱਚ ਅਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਹੜੀ ਹੋਏਗੀ ਜੀਵਨ ਵਾਯੂ ਇੱਕ ਉਪਕਰਨ ਹੈ, ਇੱਕ ਯੰਤਰ ਹੈ ਜਿਹੜਾ ਤਿਆਰ ਕੀਤਾ ਗਿਆ ਹੈ ਪੰਜਾਬ ਦੀ ਆਪਣੀ IIT ਵੱਲੋਂ, IIT ਰੋਪੜ ਵੱਲੋਂ। ਉੱਥੋਂ ਦੇ ਜਿਹੜੇ ਮਾਹਿਰ ਅਧਿਆਪਕ ਨੇ, ਜਿਹੜੇ ਸਾਇੰਸਦਾਨ ਨੇ, ਉਹਨਾਂ ਵੱਲੋਂ ਇਹ ਡਿਵਾਈਸ ਜਿਹੜੀ ਤਿਆਰ ਕੀਤੀ ਗਈ ਹੈ, ਜਿਹੜੀ ਆਕਸੀਜਨ ਦੀ ਸਪਲਾਈ ਦੇ ਵਿੱਚ ਬਹੁਤ ਹੀ ਮਦਦਗਾਰ ਹੋਏਗੀ। ਸੋ ਉਸ ਵਿਸ਼ੇ ਬਾਰੇ ਗੱਲਬਾਤ ਕਰਨੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਭੱਟੀ ਸਾਹਿਬ ਦਾ। ਸੋ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਖਬਰਾਂ ਅੱਜ ਬਹੁਤ ਇੰਪੋਰਟੈਂਟ ਨੇ ਜੀ, ਅਤੇ ਖਬਰਾਂ ਦੀ ਆਪਾਂ ਗੱਲਬਾਤ ਕਰੀਏ ਤਾਂ ਸ਼੍ਰੋਮਣੀ ਕਮੇਟੀ ਹਮੇਸ਼ਾ ਆਪਣੀ ਜੋ ਚਰਚਾ ਦੇ ਵਿੱਚ ਬਣੀ ਰਹਿੰਦੀ ਹੈ। ਖਬਰਾਂ ਅਕਸਰ ਉਹਨਾਂ ਬਾਰੇ ਆਉਂਦੀਆਂ ਹੀ ਰਹਿੰਦੀਆਂ ਨੇ। ਤਾਂ ਹੁਣ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਨੇ ਲਏ ਅਹਿਮ ਫੈਸਲੇ, ਅਤੇ ਕੋਈ ਵੀ ਅਧਿਕਾਰੀ 2 ਸਾਲ ਤੋਂ ਵੱਧ ਇੱਕ ਸੀਟ ਉੱਤੇ ਨਹੀਂ ਰਹਿ ਸਕੇਗਾ ਜੀ। ਇਸ ਖਬਰ ਬਾਰੇ ਦੱਸੋ ਜੀ ਜ਼ਰਾ ਜੀ। ਜਿਹੜੀ ਘਟਨਾ ਗੁਰਦੁਆਰਾ ਗੰਗਸਰ ਜੈਤੋ ਵਿਖੇ ਵਾਪਰੀ ਆ, ਉਸ ਘਟਨਾ ਨੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਦਿੱਤੇ ਜੀ। ਔਰ ਉਸ ਘਟਨਾ ਨੂੰ ਲੈ ਕੇ ਕਾਫੀ ਹੱਦ ਤੱਕ ਜਿਹੜਾ ਰੌਲਾ ਵੀ ਪਿਆ ਮੀਟਿੰਗ ਦੇ ਵਿੱਚ। ਅਮਰੀਕ ਸਿੰਘ ਸ਼ਾਹਪੁਰ ਤੇ ਮਿੱਠੂ ਸਿੰਘ ਕਾਨੂੰ ਕੇ ਦੋ ਵਿਰੋਧੀ ਧਿਰ ਦੇ ਮੈਂਬਰ, ਉਹਨਾਂ ਨੇ ਰੌਲਾ ਕਾਫੀ ਪਾਇਆ ਵੀ ਤੁਸੀਂ ਭਾਈ ਇਹ ਤੇ ਚਲੋ ਡਿਸਮਿਸ ਕਰ ਦਿੱਤੇ, ਇਹ ਵੀ ਦਬਾਅ ਥੱਲੇ ਕੀਤੇ ਤੁਸੀਂ ਜੀ। ਜਿਹੜੀ ਗਲਤੀ ਇਸ ਬੰਦੇ ਨੇ ਸੁਖਵਿੰਦਰ ਸਿੰਘ ਜਿਹੜਾ ਕਲਰਕ ਆ, ਉਹਨੇ ਅੱਜ ਤੋਂ ਪਹਿਲਾਂ ਕੀਤੀ ਸੀ, 4 ਸਾਲ ਪਹਿਲਾਂ ਕੀਤੀ, ਤੇ ਸੁਖਦੇਵ ਸਿੰਘ ਬਾਠ ਜਿਹੜਾ ਸਾਡਾ ਇੱਕ ਮੈਂਬਰ ਸੀਗਾ ਜੀ, ਉਹਨੇ ਉਹਨੂੰ ਛਡਾਇਆ ਸੀ ਲੋਕਾਂ ਕੋਲ। ਜਦੋਂ ਇੱਕ ਗੈਰ ਔਰਤ ਨੂੰ ਲੈ ਕੇ ਕੜਾਹ ਪ੍ਰਸ਼ਾਦ ਜਿੱਥੇ ਤਿਆਰ ਕਰਦਾ, ਉੱਥੇ ਕਮਰੇ 'ਚ ਵੜਿਆ ਸੀ। ਇਹਨਾਂ ਲੋਕਾਂ ਨੂੰ ਸ਼ਰਮ ਪਤਾ ਨਹੀਂ ਕਰਾਉਣੀ ਆ। ਲੇਕਿਨ ਉਹ ਕਹਿੰਦੇ ਜੀ ਉਹ ਬੰਦੇ ਵੇਖੋ ਜੀ ਘਰ ਤੇ ਜੀ ਡਿਸਮਿਸ ਕਰਤੇ। ਕਹਿੰਦੇ ਨਹੀਂ, ਲੋਕਾਂ ਦੀ ਮੰਗ ਇਹ ਆ ਵੀ ਮਰਨ ਉਪਰੰਤ ਵੀ ਉਹਦੇ ਖਿਲਾਫ 295 ਇਹਦਾ ਪਰਚਾ ਦਰਜ ਕੀਤਾ ਜਾਵੇ, ਤਾਂ ਕਿ ਪਤਾ ਲੱਗ ਸਕੇ ਦੁਨੀਆ ਨੂੰ ਵੀ ਕੁਛ ਕੀਤਾ ਤੁਸੀਂ ਜੀ। ਉੱਥੇ ਫਿਰ ਇਹ ਵੀ ਗੱਲ ਉੱਠੀ ਵੀ ਉਹਨਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਇੰਨੀ ਗੱਲ ਕਹੀ ਵੀ ਸਾਡੇ ਕੋਲ ਰਿਪੋਰਟ ਜਿਹੜੀ ਹੈ ਨਾ ਵੱਖ-ਵੱਖ ਚਰਿੱਤਰ ਨੀਤ ਨੈਤਿਕ ਕੰਮ ਕਰਨ ਲਈ 26 ਮੁਲਾਜ਼ਮਾਂ ਦੀ ਆ ਜੀ, ਜਿਨ੍ਹਾਂ ਦੇ ਖਿਲਾਫ ਕਈ ਪ੍ਰਕਾਰ ਦੇ ਦੋਸ਼ ਲੱਗੇ ਨੇ। 18 ਉਹ ਚਰਿੱਤਰ ਮੁਲਾਜ਼ਮ ਨੇ। ਉਹਨਾਂ ਨੂੰ ਇਹਨਾਂ ਕੀ ਕੀਤਾ, ਜਿਹੜੇ ਸਬ ਕਮੇਟੀਆਂ ਮੰਗੀਆਂ, ਉਹਨਾਂ ਨੇ ਆਪਣੀ ਰਿਪੋਰਟ 'ਚ ਸਿਫਾਰਿਸ਼ ਕੀਤੀ ਵੀ ਇਹਨਾਂ ਨੂੰ ਇੰਨਾ ਜੁਰਮਾਨਾ ਪਾ ਕੇ ਬਹਾਲ ਕੀਤਾ ਜਾਵੇ। ਔਰ ਮੈਂ ਅੱਗੇ ਵੀ ਗੱਲ ਕਰਦਾ ਸੀ, ਜਦੋਂ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਕਮਰਾ ਜਿਹੜਾ ਗਿੱਲੇ ਕੱਪੜਿਆਂ ਵਾਲਾ ਕਮਰਾ ਹੁੰਦਾ, ਉੱਥੇ ਜਦੋਂ ਇੱਕ ਬੰਦੇ ਨੇ ਗਸਤ ਕੀਤੀ ਸੀ ਤੇ ਉਸ ਬੰਦੇ ਨੂੰ ਇਹਨਾਂ ਜੁਰਮਾਨਾ ਪਾ ਕੇ ਜਿਹੜਾ ਸੀ ਉਹ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿੱਥੇ ਦਲਮੇਘ ਸਿੰਘ ਸਕੱਤਰ ਇਕੱਲਾ ਹੜ ਗਿਆ ਸੀ, ਕਹਿੰਦਾ ਜੀ ਚੰਗਾ ਫਿਰ ਮੇਰਾ ਅਸਤੀਫਾ ਲੈ ਲਓ ਤੁਸੀਂ, ਜੇ ਇਹੋ ਜਿਹੇ ਗੰਦੇ ਬੰਦੇ ਤੁਸੀਂ ਫਿਰ ਰੱਖਣਾ ਤੇ। ਲੇਕਿਨ ਉਸ ਟਾਈਮ ਤੋਂ ਹੀ ਮੱਕੜ ਨੇ ਉਹ ਬੰਦਾ ਤੇ ਜਦੋਂ ਡਿਸਮਿਸ ਕਰਤਾ। ਜਿਹੜੇ 2 ਸਾਥੀ ਸੀ ਜਿਹੜੇ ਧਿਆਨ ਰੱਖਣ ਵਾਲੇ ਸੀ, ਉਹਨਾਂ ਨੂੰ 5-5 ਹਜ਼ਾਰ ਰੁਪਇਆ ਜੁਰਮਾਨਾ ਪਾ ਕੇ ਫਿਰ ਬਹਾਲ ਕਰਤਾ ਸੀ। ਉਹ ਅੱਜ ਵੀ ਨੌਕਰੀ ਕਰਦੇ ਜੀ। ਇੱਥੇ ਇਹਨਾਂ ਨੇ ਨਹੀਂ ਕਰ, ਬਿਲਕੁਲ ਗਲਤ ਆ।
ਜਿਹੜੇ ਬੰਦੇ ਨੈਤਿਕ ਕੰਮ ਕਰਦੇ ਉਹ ਸ਼੍ਰੋਮਣੀ ਕਮੇਟੀ 'ਚ ਨਹੀਂ ਰਹਿ ਸਕਦੇ। ਉਹਨਾਂ ਕਹੇ 26 ਦੇ 26 ਬੰਦੇ ਡਿਸਮਿਸ ਕੀਤੇ ਜਾਣ, ਵਿਸ਼ੇਸ਼ ਕਰਕੇ ਉਹ ਜਿਨ੍ਹਾਂ ਤੇ ਚਰਿੱਤਰਹੀਣ ਦੇ, ਜਿਨ੍ਹਾਂ ਦੇ ਉੱਤੇ ਔਰਤਾਂ ਨਾਲ ਜਿਹੜੇ ਸੀ ਗਲਤ ਕੰਮ ਕਰਨ ਦੇ 18 ਮੈਂਬਰ ਸਸਪੈਂਡ ਕੀਤੇ ਗਏ, ਉਹ ਮੁਲਾਜ਼ਮ ਸਸਪੈਂਡ ਕੀਤੇ, ਉਹ ਬਿਲਕੁਲ ਤੁਰੰਤ ਜਿਹੜੇ ਬਰਖਾਸਤ ਕੀਤੇ ਜਾਣ ਜੀ। ਇਹ ਕਮੇਟੀਆਂ ਕੌਣ ਹੁੰਦੀਆਂ? ਸਬ ਕਮੇਟੀ ਇਨਸਾਫ ਵਾਸਤੇ ਬਣਾਈ ਜਾਂਦੀ ਹੈ। ਸਬ ਕਮੇਟੀ ਨੂੰ ਕੀ ਅਧਿਕਾਰ ਹੈ ਕਿ ਕਵੇ ਇਹਨੂੰ ਜੁਰਮਾਨਾ ਭਾਲ ਕਰ ਦਿਓ ਜੀ। ਇਸ ਕਰਕੇ ਉਹਨਾਂ ਨੇ ਉਹਨਾਂ 26 ਮੁਲਾਜ਼ਮਾਂ ਤੋਂ ਵੀ ਜਿਹੜੀ ਇੱਕ ਤਲਵਾਰ ਲਟਕੀ ਹੈ। 18 ਮੈਂਬਰ ਤੋਂ ਇਹ ਦਾਅਵਾ ਕਰ ਰਹੇ ਮਿੱਠੂ ਸਿੰਘ ਕਾਹਨੇ ਕਿ ਜਿਹੜੇ ਸੀ ਮੇਰੇ ਨਾਲ ਗੱਲਬਾਤ ਉਹਨਾਂ ਦੀ ਹੋਈ ਸੀ, ਕਹਿੰਦੇ ਅਸੀਂ ਕਰ ਦਿੱਤੇ ਨੇ। ਮੈਂ ਕਿਹਾ ਅਜੇ ਤੱਕ ਉਹਨਾਂ ਨੇ ਪ੍ਰੈਸ ਨੋਟ ਜ਼ਿਕਰ ਨਹੀਂ ਕੀਤਾ ਕਿਤੇ ਵੀ, ਲੇਕਿਨ ਇੰਨਾ ਜ਼ਰੂਰ ਉਹਨੇ ਕਿਹਾ ਵੀ ਜਿਹੜੇ ਨੈਤਿਕ ਕੰਮ ਕਰੇ ਮੁਲਾਜ਼ਮ ਫੌਰੀ ਤੌਰ ਤੇ ਬਰਖਾਸਤ ਕੀਤੇ ਜਾਣਗੇ। ਇੰਨੀ ਗੱਲ ਕਹੀ, ਬਾਕੀ ਗਿਣਤੀ ਕੋਈ ਨਹੀਂ ਦਿੱਤੀ ਜੀ। ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਤੇ ਡਟ ਕੇ ਸਟੈਂਡ ਲਿਆ ਵੀ ਜਿਹੜੇ ਇਹੋ ਜਿਹੇ ਮੁਲਾਜ਼ਮ ਉਹਨਾਂ ਦਾ ਕੋਈ ਕੰਮ ਨਹੀਂ, ਤੇ ਅੱਗੇ ਤੋਂ ਜਿਹੜੀ ਤੁਸੀਂ ਭਰਤੀ ਕਰਦੇ ਉਹਦਾ ਵੀ ਇੱਕ ਕ੍ਰਾਈਟੇਰੀਆ ਬਣਾਇਆ ਜਾਵੇ। ਕੋਈ ਨਾ ਤੁਸੀਂ ਬਣਾਉਂਦੇ ਕਰਦੇ ਕੀ ਤੁਸੀਂ? ਇਸ ਕਰਕੇ ਉੱਥੇ ਐਤਕੀ ਜੀ ਕਾਫੀ ਰੌਲਾ ਪਿਆ ਤੇ ਬੀਬੀ ਜਗੀਰ ਕੋ ਸਫਾਈਆਂ ਤੇ ਬਥੇਰੀਆਂ ਦਿੰਦੀ ਰਹੀ, ਲੇਕਿਨ ਅਖੀਰ ਤੇ ਉਹਨੂੰ ਇਹ ਗੱਲ ਮੰਨਣੀ ਪਈ ਵੀ ਵਾਕਿਆ ਵੀ ਸਭ ਸ਼੍ਰੋਮਣੀ ਕਮੇਟੀ 'ਚ ਅੱਛਾ ਨਹੀਂ ਜੀ। ਇਸ ਕਰਕੇ ਉਹ ਜਿਹੜੇ 4 ਮੁਲਾਜ਼ਮ ਡਿਸਮਿਸ ਕੀਤੇ ਗਏ ਆ, ਉਹਨਾਂ ਦੇ ਇੱਕ ਕੁਲਵਿੰਦਰ ਸਿੰਘ ਨਾਂ ਦਾ ਮੈਨੇਜਰ ਹੈ ਉੱਥੇ ਜੀ। ਕੁਲਵਿੰਦਰ ਸਿੰਘ ਦਾ ਪਿੰਡ ਬਰਗਾੜੀ ਹੈ ਜਿੱਥੇ ਘਟਨਾ ਵਾਪਰੀ ਸੀ ਜੀ, ਜਿੱਥੇ 1 ਜੂਨ 2015 ਨੂੰ ਘਟਨਾ ਵਾਪਰੀ ਸੀ। ਮੁੜ ਕੇ 14 ਅਪ੍ਰੈਲ ਨੂੰ 14 ਅਕਤੂਬਰ ਨੂੰ 12 ਅਕਤੂਬਰ ਨੂੰ ਵਾਪਰੀ ਸੀ। ਉੱਥੋਂ ਦਾ ਪਿੰਡ ਤੇਰੇ ਹੋਣਾ ਵਾ ਜੀ। ਔਰ ਉਸ ਬੰਦੇ ਦੇ ਉਦੋਂ ਜਦੋਂ ਮੁਕੱਦਮਾ ਦਰਜ ਕਰਾਇਆ ਸੀ ਕਾਫੀ ਪਹਿਲ ਨਹੀਂ ਸੀ ਕੁਲਵਿੰਦਰ ਸਿੰਘ ਨੇ। ਅੱਛਾ ਜੀ। ਅੱਜ ਕੁਝ ਲੋਕ ਕਹਿੰਦੇ ਵੀ ਉਹ ਬੰਦੇ ਤੇ ਦਬਾਅ ਹੀ ਇੰਨਾ ਪਾਇਆ ਸੀ ਇਹਨਾਂ ਦੇ ਮੈਂਬਰਾਂ ਨੇ, ਮੈਨੂੰ ਕੰਮ ਹੀ ਨਹੀਂ ਸੀ ਕਰਨ ਦਿੰਦੇ ਜੀ। ਹੁਣ ਮੈਂ ਕਿਹਾ ਜੀ ਪੜਤਾਲ ਕਰ ਲਓ, ਜੇ ਕਿ ਇਹਨਾਂ ਨਜਾਇਜ਼ ਹੋਈ ਤਾਂ ਉਹਨੂੰ ਤੇਰੇ ਨੂੰ ਕਰੋ, ਤੁਸੀਂ ਬਹਾਲ ਕਰੋ ਉਹਨੂੰ ਜੀ। ਲੇਕਿਨ ਇਹ ਗੱਲ ਹੈਗੀ ਆ ਵੀ ਸਭ ਅੱਛਾ ਨਹੀਂ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ। ਹੁਣ ਅਸੀਂ ਕਿਹਦੇ ਨਾਲ ਹੀ ਨਾਲ ਹੀ ਜਿੱਥੇ ਪ੍ਰਧਾਨ ਜਿਹੜੇ ਹੈਗੇ ਜਿਹੜੇ ਉਹ ਗਲਤੀਆਂ ਵੱਡੀਆਂ ਇਹੋ ਜਿਹੀਆਂ ਕਰ ਸਕਦੇ ਆ। ਬਿਲਕੁਲ, ਜਥੇਦਾਰ ਮੰਡ ਦਾ ਵੀ ਬਿਆਨ ਆਇਆ ਹੈ ਤੇ ਮਾਫੀ ਮੰਗਣ ਤੇ ਪ੍ਰਧਾਨਗੀ ਛੱਡਣ ਨੂੰ ਕਿਹਾ, ਉਹ ਵੀ ਨਾਲ ਹੀ ਕਰ ਦਿਓ ਜੀ। ਇਸ ਤੇ ਦੇਖੋ ਜੀ ਜਥੇਦਾਰ ਮੰਡ ਹੋਰੀ ਤੇ ਚਲੋ ਆਂਦੇ ਹੁੰਦੇ ਵੀ ਆਪਣੀ ਜਿਹੜੀ ਸਿਆਸੀ ਰੋਟੀਆਂ ਸੇਕਦੇ ਜੀ। ਉਹਨਾਂ ਕਹਿਤਾ ਵੀ ਉਹਨਾਂ ਦੀ ਜਿਹੜੀ ਬੀਬੀ ਜਗੀਰ ਕੌਰ ਜਾਂ ਮਾਫੀ ਮੰਗੇ ਤੇ ਜਾਂ ਉਹਦੇ ਉੱਤੇ ਜਿਹੜੀ ਆ ਉਹ ਅਸਤੀਫਾ ਦੇਵੇ ਪ੍ਰਧਾਨਗੀ ਜੀ। ਤੇ ਮੰਡ ਸਾਹਿਬ ਉਹ ਤੁਸੀਂ ਅਸਤੀਫਾ ਲੈ ਲਓ, ਲਾ ਦੇ ਮੋਰਚਾ, ਫਿਰ ਕਿਉਂ ਨਹੀਂ ਲਾਉਂਦੇ ਤੁਸੀਂ ਉਹਦੇ ਖਿਲਾਫ? ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜੇ ਵੀ ਬੰਦੇ ਇਹੋ ਜਿਹੇ ਮਾੜੇ ਉਹ ਸ਼੍ਰੋਮਣੀ ਕਮੇਟੀ 'ਚ ਨਹੀਂ ਹੋਣੇ ਚਾਹੀਦੇ। ਤੁਹਾਨੂੰ ਪੰਜਾਬ ਪੁਲਿਸ ਕਹਿ ਚੁੱਕੀ ਇਸ ਗੱਲ ਦੀ ਵੀ ਸ਼੍ਰੋਮਣੀ ਕਮੇਟੀ ਦਾ ਹਰ ਚੌਥਾ ਬੰਦਾ ਜਿਹੜਾ ਉਹ ਜਰਾਇਮ ਪੇਸ਼ਾ, ਉਹਦੇ ਖਿਲਾਫ ਕੇਸ ਚੱਲਦੇ ਨੇ। ਦੂਸਰੀ ਚੀਜ਼ ਅੱਗੇ ਚੱਲਦੇ ਜੀ, ਇਹਦੇ ਬਾਰੇ ਆਪਾਂ ਹੋਰ ਵੀ ਗੱਲ ਕਰਦੇ। ਜਦੋਂ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ, ਬੀਬੀ ਜੀ 328 ਸਰੂਪਾਂ ਦਾ ਕੀ ਕੀਤਾ ਜੀ? 5 ਦਸੰਬਰ ਨੂੰ ਕਮੇਟੀ ਬਣੀ, ਸਬ ਕਮੇਟੀ। ਫਰਵਰੀ ਤੋਂ ਬਾਅਦ ਉਹਦੀ ਕੋਈ ਅਜੇ ਤੱਕ ਮੀਟਿੰਗ ਨਹੀਂ ਹੋਈ। ਕੀ ਕੀਤਾ ਤੁਸੀਂ? ਕਹਿੰਦੇ ਬੀਬੀ ਜੀ ਉੱਥੇ ਸਫਾਈਆਂ ਦੇਣ ਲੱਗੇ ਜੀ, ਠੀਕ ਠਾਕ ਹੈ ਸਰੂਪ ਜਿੱਥੇ ਪਿਆ ਠੀਕ ਹੈ ਜੀ। ਉਹਦਾ ਜੀ ਇਹ ਗੱਲ ਛੱਡੋ, ਤੁਸੀਂ ਸਾਨੂੰ ਇਹ ਦੱਸੋ ਵੀ ਉਹ ਜਿਹੜੀ ਕਮੇਟੀ ਬਣੀ ਸੀ ਅਮਰੀਕ ਸਿੰਘ ਸ਼ਾਹਪੁਰ ਜਿਹੜੇ ਮੈਂਬਰ, ਉਹਨਾਂ ਦੀ ਕੁਆਲੀਫਿਕੇਸ਼ਨ ਨਹੀਂ ਬਣੀ ਸੀ ਜੀ। ਅਜੇ ਤੱਕ ਉਹਦੀ ਮੀਟਿੰਗ ਨਹੀਂ ਕੀਤੀ ਤੁਸੀਂ। ਕਿਉਂ? ਮੀਟਿੰਗ ਜਿਹੜੀ ਕੋਆਰਡੀਨੇਸ਼ਨ ਦਾ ਬੰਦਾ ਹੁੰਦਾ, ਇੱਕ ਅਫਸਰ ਹੁੰਦਾ ਐਸਜੀਪੀਸੀ ਦਾ, ਉਹਨੇ ਕਰਾਉਣੀ ਹੁੰਦੀ ਹੈ ਜੀ। ਲੇਕਿਨ ਹਰ ਗੱਲ ਤੇ ਤੁਸੀਂ ਘੱਟੇ ਘੱਟੀਆਂ ਲਾਉਂਦੇ ਹੋ। 328 ਸਰੂਪਾਂ ਦਾ ਮਾਮਲਾ ਵਿੱਚ ਕਾਫੀ ਗਰਮਾ ਗਰਮ ਰਿਹਾ ਤੇ ਬੀਬੀ ਨੇ ਕਹਿਤਾ ਜੀ ਉਹਨਾਂ ਬੰਦੇ ਨੂੰ ਡਿਸਮਿਸ ਕਰਤਾ ਜੀ, ਜੁਰਮਾਨੇ ਪਾਤੇ, ਉਹਨਾਂ ਦੇ ਪੈਸੇ ਰੱਖ। ਉਹ ਕਹਿੰਦੇ ਇਹ ਨਹੀਂ ਗੱਲ ਹੈਗੀ, ਗੱਲ ਸਾਨੂੰ ਸੱਚਾਈ ਦੱਸੋ, ਸਰੂਪ ਕਿੱਥੇ ਆ, ਕਿੱਥੇ ਪਏ, ਕਿਤੇ ਖੜੇ, ਕਿੱਥੇ, ਤੇ ਅਸਲੀ ਗੱਲ ਦੱਸੋ। ਤੇ ਜਿਹੜੀ ਉਹ ਮੀਟਿੰਗ ਸੀ ਉਹਦੀ ਤੁਰੰਤ ਕੀਤੀ ਜਾਵੇ। ਮੀਟਿੰਗ ਕਰਕੇ ਸਬ ਕਮੇਟੀ ਦੀ ਰਿਪੋਰਟ ਆਵੇ ਤੇ ਅਗਲੀ ਮੀਟਿੰਗ 'ਚ ਉਹ ਵਿਚਾਰੀ ਜਾਵੇ ਜੀ। ਇਸ ਕਰਕੇ ਬੀਬੀ ਜੀ ਨੇ ਇਹ ਵੀ ਮੁੱਦਾ ਕਾਫੀ ਉਠਾਇਆ। ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ, ਇਹ ਵੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੁੱਦਾ ਉਠਾਇਆ ਵੀ ਭਾਈ ਇੱਥੇ ਕਮੇਟੀਆਂ ਬਣੀਆਂ ਨੇ। ਜੇ ਬਡੂੰਗਰ ਸਾਹਿਬ ਆਪਣੇ ਕਦੇ ਲੌਂਗੋਵਾਲ ਸਾਹਿਬ ਉਹਨਾਂ ਕਮੇਟੀ ਬਣਾਤੀ, ਮੁੜ ਕੇ ਮੀਟਿੰਗਾਂ ਨਹੀਂ ਹੋਈਆਂ। ਹੁਣ ਤੁਸੀਂ ਕਮੇਟੀ ਬਣਾਤੀ, ਕਿੰਨੀਆਂ ਕਮੇਟੀਆਂ ਬਣ ਗਈਆਂ ਇਹਦੇ ਤੇ? ਸਿੱਖ ਰੈਫਰੈਂਸ ਸਾਡਾ ਅਨਮੋਲ ਖਜ਼ਾਨਾ ਵਾ, ਸਾਡਾ ਅਨਮੋਲ ਖਜ਼ਾਨਾ ਜੀ, ਜਿਹਦੀ ਕਾਪੀ ਦੂਜੂ ਕਿਤੇ ਮਿਲ ਨਹੀਂ ਸਕਦੀ। ਆਮ ਤੌਰ ਤੇ ਜਸਪ੍ਰੀਤ ਤੁਸੀਂ ਕਹਿੰਦੇ ਹੋ ਖੂਨ ਦਾਨ ਜਾਂ ਉੱਤਮ ਦਾਨ, ਕਿਉਂ ਦਾਨ? ਵੀ ਜੋ ਮਰਜ਼ੀ ਕਰ ਲੋ, ਖੂਨ ਕਿਸੇ ਫੈਕਟਰੀ 'ਚ ਨਹੀਂ ਬਣਾਇਆ ਜਾ ਸਕਦਾ। ਬਿਲਕੁਲ ਜੀ। ਤੇ ਜਿਹੜੀ ਗੁਰਬਾਣੀ ਇੱਕ ਵਾਰੀ ਲਿਖੀ ਗਈ ਹੈ, ਜਿਹੜੇ ਸਾਡੇ ਹੱਥ ਦੇ ਸਰੂਪ ਜਿਹੜੇ ਗੈਪ ਨੇ ਉਹ ਦੁਬਾਰਾ ਨਹੀਂ ਲਿਖੇ ਜਾ ਸਕਦੇ ਜੀ।
ਇਸ ਕਰਕੇ ਉਹਦੇ ਜਿਹੜੀ ਕਮੇਟੀ ਬਣਾਈ ਗਈ ਉਹਦੀ ਰਿਪੋਰਟ ਵੀ ਇਮੀਡੀਏਟਲੀ ਲਈ ਜਾਵੇ ਵੀ ਉਹ ਸਰੂਪ ਸਾਡੇ ਕਿੱਥੇ ਨੇ, ਸਾਰਾ ਸਮਾਨ ਕਿੱਥੇ ਨੇ, ਕੌਣ ਖਾ ਗਿਆ, ਕੌਣ ਰੱਖ ਗਿਆ, ਉਹ ਵੀ ਸਮਝ ਲੈਂਦਾ ਜਾਵੇ ਜੀ। ਉਸ ਤੋਂ ਉਹਨਾਂ ਨੇ ਗੱਲ ਕਹੀ ਜਿਹੜੀ ਪੀਟੀਸੀ ਦੀ ਗੱਲ ਸੀਗੀ, ਉਹ ਕਹਿੰਦੇ ਪੀਟੀਸੀ ਸਾਡੇ ਇੱਕ ਚੈਨਲ ਸਮਝੌਤਾ ਹੋਇਆ ਤੇ ਨਾ ਸਾਰੇ ਵਰਤੀ ਜਾ ਰਿਹਾ। 1 ਕਰੋੜ ਰੁਪਇਆ ਤੁਸੀਂ ਲੈਂਦੇ ਹੋ, 2011 ਸ਼ੁਰੂ ਕੀਤਾ, 10% ਵਾਧਾ ਲਾ ਕੇ ਤੁਸੀਂ ਓਪਨ ਕਿਉਂ ਨਹੀਂ ਟੈਂਡਰ ਕਾਲ ਕਰਦੇ? ਜੀ ਬਿਲਕੁਲ, ਬੜੇ ਟੀਵੀ ਚੈਨਲ ਹੈਗੇ ਆ। ਮੈਂ ਤੁਹਾਨੂੰ ਇਹ ਦੱਸ ਦਿਆਂ ਜੀ ਵੀ ਜਿਹੜੀ ਪਟਨਾ ਸਾਹਿਬ ਕਮੇਟੀ ਸੀ, ਇਹ ਚੜ੍ਹਦੀ ਕਲਾ ਨੂੰ ਦਿੱਤਾ ਸੀ ਤੇ ਲਾਈਵ ਦਿੱਤਾ ਸੀਗਾ ਜੀ। ਉਹ ਉੱਥੇ ਲੱਖਾਂ ਰੁਪਏ ਹਰ ਸਾਲ ਪੇ ਕਰਦੇ ਸੀ ਉਹਨਾਂ ਨੂੰ। ਅੱਛਾ ਜੀ। ਉੱਥੇ ਹਰਵਿੰਦਰ ਸਿੰਘ ਸਰਨਾ ਥੋੜੇ ਸਮੇਂ ਵਾਸਤੇ ਪ੍ਰਧਾਨ ਬਣੇ। ਉਹਨਾਂ ਕੋਈ ਬਿੱਲ ਆਇਆ, ਕਹਿੰਦਾ ਕਾਹਦਾ ਬਿੱਲ? ਕਹਿੰਦਾ ਜੀ ਉਹਦਾ ਪੀਡੀਸੀ ਚੜ੍ਹਦੀ ਕਲਾ ਰਿਲੇ ਕਰਦੇ, ਕਹਿੰਦਾ ਬਿਲਕੁਲ ਪਾਸੇ ਕਰਦੇ, ਮੈਂ ਨਹੀਂ ਬਿੱਲ ਪਾਸ ਕਰਦਾ। ਉਹਨਾਂ ਉਸੇ ਵੇਲੇ 2-3 ਚੈਨਲਾਂ ਨਾਲ ਗੱਲ ਕੀਤੀ, ਚੈਨਲ ਕਹਿੰਦੇ ਅਸੀਂ ਫ੍ਰੀ ਕਰਾਂਗੇ, ਤੁਹਾਨੂੰ ਉਲਟੀ ਰਾਈਟ ਦੇਵਾਂਗੇ ਅਸੀਂ। ਅੱਛਾ ਜੀ। ਉਹਨਾਂ ਨੇ ਨਿਊਜ਼ 80 ਨੇ ਉੱਥੇ ਫ੍ਰੀ ਸ਼ੁਰੂ ਕੀਤਾ, ਉਲਟਾ ਉਹਨਾਂ ਕਹਿੰਦਾ ਰਾਇਲਟੀ ਸਿੱਧਾ ਵੀ ਜਿੰਨੀ ਬਣਦੀ ਉਹ ਵੀ ਦੇਵਾਂਗੇ ਤੁਹਾਨੂੰ। ਇੱਕ ਪਾਸੇ ਚੈਨਲ ਇਹਨਾਂ ਨੂੰ ਆਪ ਰਾਇਲਟੀ ਦੇ ਰਹੇ, ਦੂਜੇ ਪਾਸੇ ਤੁਸੀਂ ਗੁਰੂ ਦੀ ਗੋਲਕ 'ਚ ਪੈਸੇ ਦੇ ਰਹੇ ਹੋ ਦੂਜਿਆਂ ਨੂੰ। ਜੀ ਬਿਲਕੁਲ ਜੀ, ਕਿਉਂਕਿ ਚੈਨਲ ਤਾਂ ਵੱਧ ਹੀ ਦੇਖਿਆ ਜਾਂਦਾ ਜਦੋਂ ਏਦਾਂ ਦੇ ਪ੍ਰਸਾਰਣ ਉਹਦੇ ਤੇ ਆਉਂਦੇ ਆ। ਜੀ, ਪਰ ਸਭ ਅੱਛਾ ਨਹੀਂ ਹੈ ਨਾ। ਗੱਲ ਤੇ ਆ ਵੀ ਉਹ ਥੋੜਾ ਸਮਾਂ ਰਹਿ ਚਲੇ ਗਏ, ਮੁੜ ਕੇ ਫਿਰ ਉਹੀ ਲੁੱਟ ਸ਼ੁਰੂ ਹੋ ਗਈ ਉੱਥੇ ਵੀ। ਅੱਛਾ ਜੀ। ਇਸ ਕਰਕੇ ਪੀਟੀਸੀ ਲੁੱਟ ਨੂੰ ਬੰਦ ਕਰਨ ਵਾਸਤੇ ਪਹਿਲੀ ਗੱਲ ਤੇ ਨਾ ਕਿਹਾ ਜੀ ਰਿਲੇ ਕਰਦੇ ਆ। ਕਿਉਂ ਨਹੀਂ ਐਸਜੀਪੀਸੀ ਆਪਣੇ ਕੈਮਰੇ ਲਾ ਕੇ 4-5 ਲੱਖ ਰੁਪਏ ਲਾ ਕੇ ਆਪਸ ਦਾ ਰਿਲੇ ਕਰਦੇ ਜੀ, ਜਿਹੜੀ ਉਹਦੀ ਰਿਐਲਿਟੀ ਆਪ ਤੋਂ ਨਹੀਂ ਲੈਂਦੀ। ਬਿਲਕੁਲ ਜੀ। ਇਸ ਕਰਕੇ ਇਹ ਵੀ ਮੁੱਦਾ ਉਹਨਾਂ ਕਾਫੀ ਗਰਮਾ ਗਰਮ ਉਠਾਇਆ ਵਾ। ਬਾਕੀ ਬੀਬੀ ਜੀ ਨੇ ਇੱਕ ਫੈਸਲਾ ਵਧੀਆ ਲਿਆ ਵਾ ਕਿ ਅਸੀਂ ਜਿਹੜੇ ਦਰਬਾਰ ਸਾਹਿਬ ਦੇ ਬਾਹਰ ਨਾ ਮਨੁੱਖ ਦਾ ਸੇਵਾ ਦੀ ਜੈਨਰਿਕ ਦਵਾਈਆਂ ਦਾ ਸਟੋਰ ਖੋਲਾਂਗੇ। ਅੱਛਾ ਜੀ। ਬੀਬੀ ਜੀ ਜੈਨਰਿਕ ਦਵਾਈ ਦਾ ਸਟੋਰ ਜੀ ਸਦਕੇ ਖੋਲੋ ਜੀ। ਤੁਹਾਡੇ ਬਿਲਕੁਲ ਗੁਆਂਢ ਭਾਈ ਗੁਰਕਪਾਲ ਸਿੰਘ ਦਾ ਚੱਲਦਾ ਹਸਪੀਟਲ ਜੀ, ਉਸ ਹਸਪੀਟਲ ਦੇ ਵਿੱਚ ਸਸਤੇ ਰੇਟ ਦੇ ਉੱਤੇ, ਬਿਲਕੁਲ ਸਸਤੇ ਰੇਟ ਤੇ ਜਿਹੜੀ ਆ 10 ਰੁਪਏ ਦੀ ਪਰਚੀ ਹੁੰਦੀ ਜਾਂ 20 ਰੁਪਏ ਦੀ ਪਰਚੀ ਹੁੰਦੀ ਹੈ, ਡਾਕਟਰ ਨੂੰ ਵਿਖਾਓ, ਦਵਾਈ ਲਓ ਜੀ। ਜਿਹੜੀ ਦਵਾਈ ਤੁਸੀਂ ਉੱਥੋਂ ਲੈਣੀ ਸਟੋਰ 'ਚੋਂ, ਤੁਹਾਨੂੰ 30% ਲੈਸ ਮਿਲਣੀ ਜੀ। ਜੈਨਰਿਕ ਦਵਾਈ ਹੋਵੇ ਜਾਂ ਕੋਈ ਤੁਹਾਡੀ ਕੰਪਨੀ ਦਵਾਈ ਹੋ, ਉਹ ਤੁਹਾਨੂੰ ਉਹਨਾਂ ਨੇ 30% ਬਕਾਇਦਾ ਤੌਰ ਤੇ ਲਿਖਣਾ ਵੀ ਇਹਦੀ ਜਿਹੜੀ ਰਿਟੇਲ ਪ੍ਰਾਈਸ ਇਹ ਆ, ਇਹਦੇ ਵਿੱਚੋਂ ਤੁਹਾਨੂੰ 30% ਲੈਸ ਦੇ ਕੇ ਇੰਨੇ ਪੈਸੇ ਤੁਹਾਡੇ ਬਚ ਜੀ। ਕਿਉਂ ਨਹੀਂ ਐਸਜੀਪੀਸੀ ਕਰ ਸਕਦੀ ਹੈ? ਜੇ ਇੱਕ ਛੋਟੀ ਜਿਹੀ ਸੰਸਥਾ ਭਾਈ ਗੁਰਪਾਲ ਸਿੰਘ ਭਾਈ ਗੁਰਕਪਾਲ ਸਿੰਘ ਬੀਬੀ ਕੌਲਾਂ ਭਲਾਈ ਕੇਂਦਰ ਚਲਾਉਂਦੇ ਨੇ, ਟਰਸਟ ਚਲਾਉਂਦੇ ਨੇ, ਉਹ ਕਰ ਸਕੇ, ਇੱਕ ਵਿਅਕਤੀ ਕਰ ਸਕਦਾ ਤੇ ਸੰਸਥਾ ਕੋਈ ਨਹੀਂ ਕਰ ਸਕਦੀ ਜੀ। ਬਿਲਕੁਲ। ਇਸ ਕਰਕੇ ਜੈਨਰਿਕ ਸੈਕਟਰ ਸਟੋਰ ਜ਼ਰੂਰ ਖੋਲੋ, ਸਸਤਾ ਖੋਲੋ। ਬਾਬੇ ਨਾਨਕ ਦਾ ਮੋਦੀ ਖਾਨਾ ਜੇ ਲੁਧਿਆਣੇ 'ਚ ਖੁੱਲ ਸਕਦਾ ਤੇ ਵਿਦੇਸ਼ਾਂ 'ਚ ਖੁੱਲ ਸਕਦਾ, ਫਿਰ ਇੱਥੇ ਕਿਉਂ ਨਹੀਂ ਜੀ। ਅਗਲੀ ਗੱਲ ਉਹਨਾਂ ਨੇ ਬੀਬੀ ਜੀ ਨੇ ਇਹ ਵੀ ਕੀਤੀ ਆ ਵੀ ਅਸੀਂ ਜਿਹੜੇ ਹੈਗੇ ਸਾਡੇ ਜਿਹੜਾ ਵੀ ਮੁਲਾਜ਼ਮ ਸਾਡਾ ਜਿਹੜਾ ਅਧਿਕਾਰੀ ਹੈ, ਕਿਸੇ ਵੀ ਗੁਰਦੁਆਰੇ ਦਾ ਮੈਨੇਜਰ ਲੱਗਦਾ ਵਾ, ਉਹਦੀ ਵੱਧ ਤੋਂ ਵੱਧ ਟਰਨਓਵਰ 2 ਸਾਲ ਦੀ ਹੋਏਗੀ ਜੀ। 2 ਸਾਲ ਤੋਂ ਬਾਅਦ ਉਹਨੂੰ ਬਦਲ ਦਿੱਤਾ ਜਾਊਗਾ। ਫਿਰ ਵੇਖੋ SS ਕੋਹਲੀ ਐਸੋਸੀਏਟ ਜਿਹਨੂੰ ਕਰੋੜਾਂ ਰੁਪਏ ਦਿੱਤਾ ਗਿਆ, ਕਰੋੜਾਂ ਰੁਪਏ ਦੇ ਕੇ ਮੁੜ ਕੇ ਅਖੀਰ ਦੀ ਛੁੱਟੀ ਕੀਤੀ ਤੇ ਹੁਣ ਕਹਿੰਦੇ ਉਹਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਅੱਛਾ ਜੀ। ਉਹਨੇ ਸਾਡਾ ਬੜਾ ਨੁਕਸਾਨ ਕੀਤਾ। 328 ਸਰੂਪ ਜਿਹੜੇ ਉਹਦੀ ਨਲਾਇਕੀ ਦਾ ਜਿਹੜੀ ਉਹ ਬਾਹਰ ਗਏ ਨੇ ਜੀ। ਹੁਣ ਤੁਸੀਂ ਕਾਰਵਾਈ ਕਾਹਦੀ ਕਰੋਗੇ? ਜਿਹੜਾ ਬੰਦਾ ਤੁਸੀਂ ਕੱਢ ਦਿੱਤਾ, ਤੁਸੀਂ ਛੱਡ ਦਿੱਤਾ, ਤੁਰੇ ਫਿਰ ਕੋਰਟਾਂ 'ਚ ਜਾ ਕੇ ਸਵਾਏ ਤੁਹਾਨੂੰ ਜਿਹੜੀ ਆ ਉਹ ਖੱਜਲ ਖੁਆਰੀ ਤੇ ਕੁਛ ਪੱਲੇ ਨਹੀਂ ਪੈਣਾ ਜੀ। ਇਹ ਆ ਵਕੀਲਾਂ ਨੂੰ ਮੁੱਝਾਂ ਲੱਗ ਜਾਣਗੀਆਂ ਤੇ ਜਿਹੜੇ ਕੇਸ ਕਰਾਉਣ ਜਾਣਗੇ ਉਹਨੂੰ ਮੁੱਝਾਂ ਲੱਗ ਜਾਣਗੀਆਂ। ਉਹ ਕਹਿਣਗੇ ਵਕੀਲ ਕੋਲੇ ਕਿੰਨੇ ਪੈਸੇ ਲੈਣੇ? ਉਹ ਕਹਿੰਦਾ ਜੀ 20 ਲੱਖ ਰੁਪਏ। ਉਹ ਕਹਿੰਦਾ 30 ਲੈ ਤੂੰ, ਕੋਈ ਗੱਲ ਨਹੀਂ, 5 ਸਾਨੂੰ ਦੇ 5 ਤੂੰ ਰੱਖ ਜੀ। ਉਹਨਾਂ ਨੂੰ ਮੁੱਝਾਂ ਲੱਗ ਜਾਣਗੀਆਂ। ਫਿਰ ਉਹਨਾਂ ਨੇ ਅਗਲੀ ਗੱਲ ਕੀਤੀ ਆ, ਉਹਨੇ ਕਿ ਜੀ ਕੇਂਦਰ ਸਰਕਾਰ ਨੂੰ ਅਸੀਂ 35 ਗੁਰਦੁਆਰੇ ਦੇ 87 ਸੈਕਸ਼ਨ ਤੋਂ 85 'ਚ ਲਿਆਉਣ ਲਈ ਲਿਖਿਆ ਵਾ, ਅਜੇ ਤੱਕ ਸਰਕਾਰ ਨੇ ਇਹ ਕੰਮ ਕੀਤਾ ਨਹੀਂ ਗਾ, ਉਹਦਾ ਜਵਾਬ ਨਹੀਂ ਦਿੱਤਾ। ਹੁਣ ਤੁਹਾਨੂੰ ਦੱਸਦੇ ਆ 87 ਤੇ 85 ਕੀ ਹੁੰਦੇ ਆ। ਸੈਕਸ਼ਨ 85 ਦੇ ਅਧੀਨ ਜਿਹੜੇ ਗੁਰਦੁਆਰੇ ਹੁੰਦੇ, ਉਹਨਾਂ ਦੀ ਇਨਕਮ ਸਾਲ ਦੀ 20 ਲੱਖ ਤੋਂ ਘੱਟ ਹੁੰਦੀ। ਅੱਛਾ ਜੀ। ਉੱਥੇ ਲੋਕਲ ਕਮੇਟੀਆਂ ਹੁੰਦੀਆਂ ਜੀ। ਲੋਕਲ ਕਮੇਟੀ ਦਾ ਪ੍ਰਬੰਧ ਹੁੰਦਾ, ਲੋਕਲ ਕਮੇਟੀ ਦੇ ਮੁਲਾਜ਼ਮ ਹੁੰਦੇ, ਲੇਕਿਨ ਜਦੋਂ ਗੋਲਕ ਕਹਿਣੀ ਆ ਉਦੋਂ ਇਹਨਾਂ ਦੇ ਇੰਸਪੈਕਟਰ ਜਾਂਦੇ ਉੱਥੇ, ਉਹਨਾਂ ਦੀ ਹਾਜ਼ਰੀ 'ਚ ਗੋਲਕ ਨਹੀਂ ਜਾਂਦੀ। ਅੱਛਾ ਜੀ। ਉੱਥੇ ਵੀ ਬੜੇ ਕਾਲੇ ਮਾਲੇ ਹੁੰਦੇ ਆ ਜੀ।
ਲੇਕਿਨ ਜਿਹਦੀ 20 ਲੱਖ ਤੋਂ ਵੱਧ ਜਾਂਦੀ ਆ, ਉਹ ਜਿਹੜਾ ਗੋਲਕ, ਉਹ ਜਿਹੜੇ ਗੁਰਦੁਆਰਾ, ਉਹ ਐਸਜੀਪੀਸੀ ਆਪਣੇ ਅੰਦਰ ਲੈ ਸਕਦੀ, ਲੇਕਿਨ ਉਹ ਐਕਟ ਦੇ ਤਹਿਤ ਅੱਛਾ ਜੀ, ਬਕਾਇਦਾ ਤੌਰ ਤੇ ਉਹਦੀ ਲਿਖਤੀ ਤੌਰ ਤੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਜਾਂਦੀ ਆ, ਕੇਂਦਰ ਸਰਕਾਰ ਫਿਰ ਮਨਜ਼ੂਰੀ ਦਿੰਦੀ ਆ ਜੀ। ਜਦੋਂ ਇਹ ਐਕਟ ਬਣਿਆ ਸੀ ਉਦੋਂ ਪੰਜਾਬ ਐਕਟ ਬਣਿਆ ਸੀਗਾ, 1966 ਸੈਂਟਰਲ ਐਕਟ ਬਣ ਗਿਆ। ਅੱਛਾ ਜੀ, ਉਦੋਂ ਅੰਗਰੇਜ਼ਾਂ ਨੇ ਪੰਜਾਬ ਐਕਟ ਪੰਜਾਬ ਸਰਕਾਰ ਦੇ ਨਹੀਂ ਰੱਖੇ ਸੀ, ਸਰਕਾਰ ਸਾਡੀ ਅਸੀਂ ਜੋ ਮਰਜ਼ੀ ਕਰ ਲਾਂਗੇ ਜੀ। ਹੁਣ ਵੀ ਚਾਹੀਦਾ ਸੀ, ਇਹ ਪੰਜਾਬ ਸਰਕਾਰ ਦਾ ਚਾਹੀਦਾ ਸੀ। ਅੱਜ ਵੀ ਪੰਜਾਬ ਸਰਕਾਰ ਜੇ ਦਾਅਵਾ ਕਰਦੇ ਪਏ ਤਾਂ ਵੇਖੋ ਸਾਡਾ ਇਹ ਹੱਕ ਬਣਦਾ ਜੀ, ਪੰਜਾਬ ਐਕਟ ਆ ਜੀ ਜੀ, ਤੇ ਸੈਂਟਰ ਨੂੰ ਪੰਜਾਬ ਨੂੰ ਦੇਣਾ ਪਏਗਾ, ਲੇਕਿਨ ਨਾ ਪੰਜਾਬ ਸਰਕਾਰ ਨੇ ਕਦੀ ਉਪਰਾਲਾ ਕੀਤਾ, ਨਾ ਐਸਜੀਪੀਸੀ ਨੇ ਕੀਤਾ। ਹੁਣ ਉਹ 35 ਗੁਰਦੁਆਰਿਆਂ ਬਾਰੇ ਸੈਂਟਰ ਨੂੰ ਲਿਖਿਆ, ਭਾਈ ਇਹ ਗੁਰਦੁਆਰੇ ਜਿਹੜੇ ਇਹਨਾਂ ਦੀ ਇਨਕਮ ਵੱਧ ਹੋ ਗਈ ਆ, ਇਹ ਸੈਕਸ਼ਨ 85 ਦਾ ਮਤਲਬ ਸਿੱਧੇ ਪ੍ਰਬੰਧ ਐਸਜੀਪੀਸੀ ਦੇ ਹੁੰਦੇ ਆ, ਉੱਥੇ ਸਟਾਫ ਵੀ ਐਸਜੀਪੀਸੀ ਦਾ ਹੁੰਦਾ, ਪ੍ਰਬੰਧ ਵੀ ਐਸਜੀਪੀਸੀ ਹੁੰਦਾ, ਗੋਲਕ ਵੀ ਰੱਖਦੇ, ਗੋਲਕ ਸਭ ਕੁਝ ਇਹ ਕੰਮ ਕਰਦੇ ਉੱਥੇ ਜੀ। ਇਸ ਕਰਕੇ 87 ਦੇ 85 ਜਿਹੜੇ 87 ਦੇ 35 ਗੁਰਦੁਆਰੇ ਸੀ, ਉਹਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਲਿਖਿਆ ਸੀ, ਪਰ ਸਾਨੂੰ ਅਜੇ ਤੱਕ ਜਿਹੜਾ ਵਾ ਉਹਦੀ ਕੋਈ ਵੀ ਵਾਪਸੀ ਜਵਾਬ ਨਹੀਂ ਆਇਆ। ਜੀ ਜੀ ਜੀ। ਇੱਕ ਬੀਬੀ ਜੀ ਨੇ ਹੋਰ ਗੱਲ ਕੀਤੀ ਹੈ, ਉਹਨਾਂ ਨੇ ਇੰਨੀ ਗੱਲ ਕੀ, ਸਵਾਲ ਪੁੱਛਿਆ ਗਿਆਨੀ ਮਾਨ ਸਿੰਘ ਬਾਰੇ ਜੀ, ਕਿ ਗਿਆਨੀ ਮਾਨ ਸਿੰਘ ਨੇ ਅਸਤੀਫਾ ਦਿੱਤਾ ਵੀ ਮੇਰੀ ਸਿਹਤ ਖਰਾਬ ਹੋ ਗਈ ਸੀ, ਲੇਕਿਨ ਚਰਚਾ ਬਹੁਤ ਆ ਜੀ। ਜੇ ਚਰਚਾ ਬਹੁਤ ਹੈ ਤੇ ਬੀਬੀ ਜੀ ਉਹਦੇ ਬਾਰੇ ਸਪਸ਼ਟ ਕਰ ਦਿਓ ਪੱਤਰਕਾਰਾਂ ਨੂੰ। ਤੇ ਬੀਬੀ ਜੀ ਨੇ ਗੱਲ ਕਹੀ ਆ ਵੀ ਭਾਈ ਇਹਦੇ ਬਾਰੇ ਗਿਆਨੀ ਮਾਨ ਸਿੰਘ ਹੋਰੀ ਸਾਹਮਣੇ ਆ ਕੇ ਬਾਹਰ ਆ ਕੇ ਸਪਸ਼ਟੀਕਰਨ ਦੇਣ ਆਪਣਾ ਜੀ, ਕਿ ਵਾਕਿਆ ਸਿਹਤ ਖਰਾਬ ਸੀ ਕਿ ਕਹਾਣੀ ਕੁਝ ਹੋਰ ਆ। ਅੱਛਾ ਜੀ। ਇਹਦੇ ਵਿੱਚ ਕਹਾਣੀ ਭਾਵੇਂ ਹੋਰ ਹੈਗੀ ਆ, ਭਾਵੇਂ ਬਣਾਈ ਗਈ ਆ। ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਤੁਹਾਨੂੰ ਪਤਾ ਦਮਦਮੀ ਟਕਸਾਲ ਦਾ ਤੇ ਮਿਸ਼ਨਰੀਆਂ ਦਾ ਜੀ, ਇਹਨਾਂ ਦੋਵਾਂ ਦਾ ਬੜਾ ਵੱਡਾ ਜਿਹੜਾ ਵਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਚੱਲ ਰਿਹਾ, ਤਮਾਸ਼ਾ ਚੱਲ ਰਿਹਾ ਇਹਨਾਂ 'ਚ। ਜੀ, ਜਿਹੜੇ ਮਿਸ਼ਨਰੀ ਨੇ ਉਹ ਲਿਖਤੀ ਪੜਤੀ ਤਰਕ ਨਾਲ ਗੱਲ ਕਰਦੇ ਆ, ਜਿਹੜੇ ਟਕਸਾਲ ਵਾਲੇ ਆ ਉਹ ਸੀਨਾ ਵੀ ਗੱਲ ਕਰਦੇ, ਕੱਲੀ ਲਿਖਤ ਨਹੀਂ ਕਰਦੇ, ਉਹ ਸੀਨਾ ਵਿਸ਼ੇ ਸਹੀ ਗੱਲ, ਸੀਨਾ ਵਿਸ਼ੇ ਸਾਡੀਆਂ ਕਹਾਣੀ ਚੱਲਦੀ ਨਹੀਂ ਅੱਗੇ ਜੀ। ਉਹ ਤਰਕ ਕਰਕੇ ਜਿਹੜਾ ਗਿਆਨੀ ਮਾਨ ਸਿੰਘ ਉਹ ਬਕਾਇਦਾ ਤੌਰ ਤੇ ਹੈਗਾ ਵਾ ਮਿਸ਼ਨਰੀ। ਅੱਛਾ ਜੀ। ਬੀਬੀ ਜਗੀਰ ਕੌਰ ਦੇ ਬਹੁਤ ਹੱਕ ਸੀ, ਕਿਉਂਕਿ ਉਹ ਜਦੋਂ ਕਥਾ ਕਰਦਾ, ਜਦੋਂ ਉਦੋਂ ਬਿਲਕੁਲ ਟੋਟਲੀ ਗੁਰੂ ਗ੍ਰੰਥ ਸਾਹਿਬ ਚੋਂ ਕਰਦਾ ਤੇ ਹਜ਼ਾਰ ਨੇ ਗੁਰੂ ਗ੍ਰੰਥ ਸਾਹਿਬ ਦਿੰਦਾ। ਅੱਛਾ, ਵਿਦਵਾਨ ਬੰਦਾ ਸੀ, ਇਤਿਹਾਸ ਜਾਣਦਾ ਸਾਰਾ ਉਹ ਜੀ। ਹੁਣ ਉਹ ਲੋਕ ਪੁੱਛ ਕੇ ਜਦੋਂ ਫਸਾਇਆ ਗਿਆ, ਝੂਠੇ ਕੇਸ ਫਸਾਇਆ ਗਿਆ ਉਹਨੂੰ ਜੀ। ਕਿਉਂ ਫਸਾਇਆ ਗਿਆ? ਗਿਆਨੀ ਮਾਨ ਸਿੰਘ ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਸੀ ਜੀ। ਉਸ ਟਾਈਮ ਤੇ ਇੱਕ ਕਿਤਾਬ ਲਿਖੀ ਸੀ ਦਮਦਮੀ ਟਕਸਾਲ ਨੇ, ਜਿਹਦੇ ਵਿੱਚ ਲਿਖਿਆ ਗਿਆ ਸੀ ਵੀ ਦਮਦਮੀ ਟਕਸਾਲ ਬਾਬਾ ਦੀਪ ਸਿੰਘ ਤੋਂ ਵਰਸੋਈ ਹੋਈ ਆ ਜੀ। ਮੱਕੜ ਸਾਹਿਬ ਮਾਨਯੋਗ ਪ੍ਰਧਾਨ ਸਨ ਐਸਜੀਪੀਸੀ ਦੇ। ਹਾਂਜੀ ਹਾਂਜੀ। ਤੇ ਗਿਆਨੀ ਮਾਨ ਸਿੰਘ ਨੂੰ ਕਿਹਾ ਹੈੱਡ ਗ੍ਰੰਥੀ ਨੂੰ, ਪਈ ਆਹ ਕਿਤਾਬ ਆਪਾਂ ਰਿਲੀਜ਼ ਕਰਨੀ ਆ, ਤੂੰ ਇਹਦੀ ਅਰਦਾਸ ਕਰ। ਅੱਛਾ ਜੀ। ਉਹਨੇ ਕਿਹਾ ਪ੍ਰਧਾਨ ਜੀ ਮੈਂ ਅਰਦਾਸ ਨਹੀਂ ਕਰਨੀ ਜੀ। ਉਹ ਕਹਿੰਦਾ ਕਿਉਂ? ਕਹਿੰਦਾ ਇਹ ਝੂਠ ਆ ਸਭ ਕੁਝ ਜੋ ਲਿਖਿਆ ਗਿਆ ਇਹਦੇ ਵਿੱਚ। ਜੀ। ਦਮਦਮੀ ਟਕਸਾਲ ਦਾ ਪਿਛੋਕੜ ਬਾਬਾ ਦੀਪ ਸਿੰਘ ਨਾਲ ਨਹੀਂ ਜੁੜਦਾ। ਅੱਛਾ ਜੀ। ਤੁਸੀਂ ਸੰਤ ਜਰਨੈਲ ਸਿੰਘ ਭਿੱਟਰਾਵਾਲੀ ਨੇ ਲਿਖਤਾਂ ਵੇਖ ਲਓ, ਜਿਹੜੀ ਉਹਨਾਂ ਕੋਈ ਚਿੱਠੀ ਲਿਖੀ ਸੀ, ਉਹ ਲਿਖਦੇ ਸੀ ਜਥਾ ਭਿੰਦਰਾ ਮਹਿਤਾ, ਉਹਨਾਂ ਦਮਦਮੀ ਟਕਸਾਲ ਦਾ ਕਿਤੇ ਜ਼ਿਕਰ ਨਹੀਂ ਕੀਤਾ। ਅੱਛਾ ਜੀ। ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਪਤਾ ਨਹੀਂ ਕਿਹੜੇ ਲਿਫਾਫੇ ਵਿੱਚ ਆ ਕੇ ਉਹ ਦਮਦਮੀ ਟਕਸਾਲ ਦਾ ਜਿਹੜਾ ਲਕਬ ਦੇ ਦਿੱਤਾ। ਨਾਲ ਜਥੇਦਾਰ ਟੌੜਾ ਦੇ ਜਥੇਦਾਰ ਸਾਡੇ ਤਖਤਾਂ ਦੇ ਜਥੇਦਾਰ ਦਾ ਖੋਣਾ ਇੰਨਾ ਮੁਨਾਸਬ ਸਮਝਦੇ ਹੀ ਨਹੀਂਗੇ। ਉਹ ਕਹਿੰਦੇ ਸਿੰਘ ਸਾਹਿਬ ਕੋ, ਉਹ ਭਾਈ ਸਿੰਘ ਸਾਹਿਬ ਦੇ ਸਾਰੇ ਸਿੱਖ ਨੇ, ਜਿਹਨੇ ਅੰਮ੍ਰਿਤਸਰ ਸਾਰੇ ਸਿੰਘ ਸਾਹਿਬ ਆ ਜੀ। 2 ਲੱਖ ਦਿੱਤੇ ਸੀ, ਲੋਕ ਵੀ ਜਿਹੜੇ ਐਵਰੇਜ ਸਿਰਦਰਦੀ ਬਣੇ ਪਿਆ। ਤੇ ਉਸ ਟਾਈਮ ਦੇ ਉੱਤੇ ਫਿਰ ਗਿਆਨੀ ਮਾਨ ਸਿੰਘ ਨੇ ਜਦੋਂ ਉਹਨੇ ਇਨਕਾਰ ਕਰ ਦਿੱਤਾ ਵੀ ਮੈਂ ਅਰਦਾਸ ਨਹੀਂ ਕਰਨੀ, ਇਹ ਝੂਠ ਆ ਜੀ, ਉਸ ਟਾਈਮ ਤੇ ਮੱਕੜ ਨੇ ਕਿਹਾ ਵੀ ਤੈਨੂੰ ਅਸਤੀਫਾ ਦੇਣਾ ਪਊ, ਨਾ ਲਿਆਓ ਕਾਗਜ਼, ਹੁਣੇ ਲਓ ਅਸਤੀਫਾ ਮੇਰਾ, ਜੀ। ਮੈਂ ਝੂਠ ਦੀ ਅਰਦਾਸ ਨਹੀਂ ਕਰਨੀ, ਅਸਤੀਫਾ ਦੇ ਚਲ ਗਿਆ ਸੀ। ਇਸੇ ਕਰਕੇ ਉਦੋਂ ਦੀ ਇਹਨਾਂ ਟਕਸਾਲੀਆਂ ਦੀ ਤੇ ਮਿਸ਼ਨਰੀਆਂ ਦੀ ਜਿਹੜੀ ਲਗਤਬਾਜ਼ੀ ਆ, ਉਹਦੇ ਵਿੱਚ ਕਿਹਾ ਜਾਂਦਾ ਉਹਨਾਂ ਨੂੰ ਇੱਕ ਹਨੀ ਟ੍ਰੈਪ ਫਸਾਇਆ ਗਿਆ। ਅੱਛਾ ਜੀ। ਹਨੀ ਟ੍ਰੈਪ ਚ ਫਸਾ ਕੇ ਉਹਨਾਂ ਨੂੰ ਬਦਨਾਮ ਕੀਤਾ ਗਿਆ ਤੇ ਉਹਨਾਂ ਕੋਲ ਇਮੀਡੀਏਟਲੀ ਉੱਥੇ ਉਹ ਵੀ ਆ ਗਏ ਤੇ ਉੱਥੇ ਉਹ ਨਕਲ ਦੇ ਫਲਾਇੰਗ ਵੀ ਆ ਗਈ, ਉਹਦੀ ਕੁੱਟਮਾਰ ਵੀ ਕੀਤੀ ਗਈ ਗਿਆਨੀ ਮਾਨ ਸਿੰਘ ਦੀ। ਹਨੀ ਟ੍ਰੈਪ ਚ ਆ ਕੇ ਉਹਨਾਂ ਨੂੰ ਉਸੇ ਵੇਲੇ ਉਹਨਾਂ ਅਸਤੀਫਾ ਦਿੱਤਾ, ਲਓ ਜੀ ਮੇਰਾ ਅਸਤੀਫਾ ਲਾ ਲਓ, ਮੈਂ ਨੌਕਰੀ ਦੇ ਕਾਬਿਲ ਹੀ ਨਹੀਂ ਰਿਹਾ। ਤੇ ਫਿਰ ਗੱਲ ਮੁੱਕ ਗਈ। ਇਸ ਕਰਕੇ ਬੀਬੀ ਜਗੀਰ ਕੌਰ ਨੇ ਪਹਿਲਾਂ ਇੱਕ ਬੰਦੇ ਨੂੰ ਕਿਹਾ ਸੀ, ਉਹਨੇ ਕਿਹਾ ਜੀ ਮੈਂ ਕੁਝ ਗੱਲਾਂ ਨਹੀਂ ਦੱਸ ਸਕਦੀ,
ਜੀ ਲੇਕਿਨ ਅੱਜ ਪ੍ਰੈਸ ਨੇ ਫਿਰ ਸਵਾਲ ਕੀਤਾ ਤਾਂ ਉਹਨੇ ਕਿਹਾ ਗਿਆਨੀ ਮਾਨ ਸਿੰਘ ਇਹਦੇ ਬਾਰੇ ਆ ਕੇ ਬਾਹਰ ਸਪਸ਼ਟ ਕਰੇ ਵੀ ਤੁਸੀਂ ਅਸਤੀਫਾ ਕਿਉਂ ਦਿੱਤਾ, ਉਹ ਕਿਉਂ ਨਹੀਂ ਬਾਹਰ ਆ ਰਹੇ। ਜੀ 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 ਬਿਲਕੁਲ ਜੀ। ਸੋ ਖਬਰਾਂ ਸਾਡੇ ਕੋਲ ਅੱਜ ਬਹੁਤ ਨੇ ਜੀ, ਪੰਜਾਬ ਦੀ ਸਿਆਸਤ ਨੂੰ ਲੈ ਕੇ ਵੀ ਬਹੁਤ ਖਬਰਾਂ ਨੇ ਤੇ ਪਰ ਪੰਜਾਬ ਤੇ ਆਉਣ ਤੋਂ ਪਹਿਲਾਂ ਆਪਾਂ ਇੱਕ ਲਵਾਂਗੇ ਜੀ ਇੰਟਰਨੈਸ਼ਨਲ ਖਬਰ ਜਿਹੜੀ ਹੈ ਨੀਦਰਲੈਂਡ ਤੋਂ। ਤੇ ਨੀਦਰਲੈਂਡ ਦੀ ਰਾਜਕੁਮਾਰੀ ਅਮਾਲੀਆ ਨੇ ਕਰੋਨਾ ਬਿਮਾਰੀ ਨੂੰ ਲੈ ਕੇ ਸਰਕਾਰੀ ਮਿਲਣ ਵਾਲਾ ਜਿਹੜਾ 14 ਕਰੋੜ ਦਾ ਭੱਤਾ ਸੀ ਉਹ ਲੈਣ ਤੋਂ ਇਨਕਾਰ ਕਰ ਦਿੱਤਾ। ਸਾਡੇ ਇੱਥੇ ਤਾਂ ਜਿਹੜਾ ਭੱਤਾ ਨਹੀਂ ਵੀ ਹੁੰਦਾ ਉਹ ਵੀ ਲੈਣ ਨੂੰ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਮਿਲਦਾ ਸੀਗਾ ਉਹ ਵੀ ਉਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਜੀ। ਜੀ ਜਿੱਥੇ ਮਨੁੱਖਤਾ ਵਸਦੀ ਹੈ ਨਾ ਜੀ, ਜੀ ਉੱਥੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ। ਜੀ ਨੀਦਰਲੈਂਡ ਦੀ ਰਾਜਕੁਮਾਰੀ ਅਮਾਲੀਆ, ਜੀ ਉਹਨੇ ਇਸ ਦਸੰਬਰ ਦੇ ਵਿੱਚ 18 ਸਾਲ ਦੀ ਹੋਈ ਅੱਛਾ ਜੀ। ਤੇ 18 ਸਾਲ ਦੇ ਉਹਨਾਂ ਦੇ ਕਾਨੂੰਨ ਦੇ ਮੁਤਾਬਕ ਉਹ ਰਾਜਕੁਮਾਰੀ ਨੂੰ ਜਿਹੜੀ ਆ ਉਹ 14 ਕਰੋੜ ਦਾ ਭੱਤਾ ਦੇਣਗੇ ਸਾਲਾਨਾ। ਜੀ ਲੇਕਿਨ ਉਹਨੇ ਇੰਨੀ ਗੱਲ ਕੀਤੀ ਜਾਂਦੀ ਵੀ ਮੈਂ ਦੇਸ਼ ਵਾਸਤੇ ਕੀਤਾ ਕਿ ਆਪਣੇ ਵਾਸਤੇ ਮੈਂ ਭੱਤਾ ਲਵਾਂ। ਜੀ ਉਹਨੇ ਕਿਹਾ ਜੀ ਮਿਹਰਬਾਨੀ ਕਰਕੇ ਕਰੋਨਾ ਦਾ ਦੌਰ ਚੱਲਦਾ, ਲੋਕ ਬੜੇ ਪੀੜਤ ਨੇ, ਇਹ ਜਿਹੜਾ ਭੱਤਾ ਮੇਰਾ ਵਾ ਉਹਨਾਂ ਕਰੋਨਾ ਪੀੜਤਾਂ ਦੇ ਖਰਚ ਕੀਤਾ। ਜੀ ਮੈਂ 18 ਸਾਲ ਦੀ ਹੋ ਗਈ, ਮੈਂ ਫਿਰ ਵੀ ਨਹੀਂ ਭੱਤਾ ਲਊਂਗੀ। ਜੀ ਕਿਉਂ ਨਹੀਂ ਲਊਗੀ? ਜਿੰਨਾ ਚਿਰ ਮੈਂ ਆਪਣੇ ਦੇਸ਼ ਵਾਸਤੇ ਕੋਈ ਕੁਰਬਾਨੀ ਭਰਿਆ ਕੰਮ ਨਹੀਂ ਕਰਦੀ, ਕੁਝ ਹੱਥ ਨਾਲ ਠੀਕ ਕਰਦੀ ਕਿ ਮੈਂ ਕੋਈ ਪਤਾ ਨਹੀਂ ਲਊ। ਜੀ ਇਹ ਆ ਇਨਸਾਨੀਅਤ। ਜੀ ਇੱਥੇ ਬਿਲਕੁਲ ਸਾਡੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਬਾਲੀ। ਜੀ 5 ਪੈਨਸ਼ਨਾਂ ਲੈਣ ਦੇ, ਤੁਸੀਂ ਤਨਖਾਹਾਂ ਲੈਣ ਦੇ, ਜੇਕਰ ਸੋਚਿਆ ਵੀ ਅਸੀਂ ਵੀ ਦੇਸ਼ ਦਾ ਸੋਚ ਲਈਏ। ਜੀ ਘਰ ਆਪਣੇ ਘਰ ਭਰਨ ਤੋਂ ਵੇਲ ਮਿਲੇ ਤਾਂ ਨਾ। ਇੱਥੇ ਉਹ ਵੀ ਬੰਦੇ ਮੈਂ ਵੇਖੇ ਜਿਹੜੇ 1 ਰੁਪਏ ਤਨਖਾਹ ਨੇ ਲਵਾਂਗੇ, ਮੁੜ ਕੇ ਸਾਰੇ ਪੈਸੇ ਲੈ ਲਏ ਇਸ ਬਾਅਦ ਦੇ ਵਿੱਚ। ਜੀ ਅੱਜ ਦੀ ਡੇਟ ਦੇ ਵਿੱਚ ਸੋਨੂ ਸੂਦ ਉਸੇ ਮੋਗੇ ਦਾ ਮੁੰਡਾ ਹੈਗਾ, ਬਿਲਕੁਲ ਜੀ। ਜੀ ਜੀ ਜਿੰਨਾ ਉਹਨੇ ਕੰਮ ਕੀਤਾ, ਜਿੰਨਾ ਪੈਸਾ ਸਾਰਾ ਲਾਤਾ, ਆਪਣੀ ਕੋਠੀ ਵੀ ਵੇਚ, ਸਭ ਕੁਝ ਵੇਚਤਾ ਉਹਨੇ। ਜੀ ਪਰਸੋਂ ਇੱਕ ਅਖਬਾਰ 'ਚ ਫੋਟੋ ਛਪੀ ਸੀ, ਇੱਕ ਬੱਚਾ ਉਹਦੇ ਪੈਰੀ ਪੈ ਗਿਆ, ਜੀ ਰੋਣ ਲੱਗ ਪਿਆ। ਉਹ ਕਹਿੰਦੇ ਬੇਟੇ ਕੀ ਹੋਇਆ ਦੱਸ ਮੈਨੂੰ? ਕਹਿੰਦਾ ਜੀ ਮੈਂ ਕੈਂਸਰ ਦਾ ਮਰੀਜ਼ ਹਾਂ, ਮੇਰੇ ਕੋਲ ਪੈਸਾ ਕੋਈ ਨਹੀਂ ਗਾ, ਮੇਰਾ ਇਲਾਜ ਨਹੀਂ ਹੋ ਰਿਹਾ। ਅੱਛਾ ਜੀ। ਉਹਨੇ ਕਿਹਾ ਤੇਰਾ ਇਲਾਜ ਮੈਂ ਕਰਾਊਂਗਾ। ਜੀ ਦੂਜੇ ਪਾਸੇ ਧਰਮਿੰਦਰ ਦੇ ਘਰ ਪੰਜਾਬ ਤੋਂ ਮੁੰਡੇ ਗਏ ਪੁੱਛਣ ਵਾਸਤੇ, ਮਹਾਰਾਜ ਤੁਸੀਂ ਆਓ, ਉੱਥੇ ਪੰਜਾਬ ਦੇ ਜੀ ਕਰੋਨਾ ਫੈਲਿਆ, ਤੁਸੀਂ MP ਉੱਥੋਂ ਸੰਨੀ ਜੀ। ਜੀ 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 ਗਨਮੈਨ ਕਹਿੰਦੇ ਜੀ ਉੱਥੇ ਧਰਮਿੰਦਰ ਜੀ ਘਰ ਨਹੀਂ ਗਏ। ਜੀ ਸੰਨੀ ਜੀ ਨੂੰ ਮਨਾ ਲਿਓ, ਉਹ ਕਹਿੰਦੇ ਉਹ ਵੀ ਨਹੀਂ ਘਰ ਹੈਗੇ। ਚਲੋ ਮਾਤਾ ਪ੍ਰਕਾਸ਼ ਕੌਰ ਨੂੰ ਮਿਲਾ ਦਿਓ, ਉਹ ਕਹਿੰਦੇ ਬਹੁਤ ਬੇਤੂ ਗੱਲ ਨਹੀਂ ਕਰ ਸਕਦੇ। ਅੱਛਾ ਜੀ। ਉਹਨਾਂ ਬੰਦਿਆਂ ਨੂੰ ਪਾਣੀ ਵੀ ਨਹੀਂ ਪੁੱਛਿਆ ਤੇ ਗੇਟ ਤੋਂ ਬਾਹਰ ਹੀ ਵਾਪਸ ਤੋਰ ਦਿੱਤਾ ਗਿਆ, ਜਿਨ੍ਹਾਂ ਕੋਲੇ ਇਸ ਵੇਲੇ ਅਰਬਾਂ ਖਰਬ ਰੁਪਈਏ ਉਹਨਾਂ 1 ਰੁਪਈਆ ਕਰੋਨਾ ਵਿੱਚ ਦਿੱਤਾ। ਜੀ ਬਿਲਕੁਲ ਜੀ, ਜਿਹੜੇ ਸਰਕਾਰ ਤੋਂ ਲੈ ਵੀ ਰਹੇ ਨੇ। ਜੀ ਦੇਣਾ ਦਲੇਰੀ ਤੇ ਲੈਣਾ ਹਿਕਮਤ ਕਹਿੰਦੇ। ਤੇ ਜਿਹੜੀ ਬੀਬੀ ਆ ਅਮਾਲੀਆ, ਜਿਹਦੀ ਅਜੇ 18 ਸਾਲ ਦੀ ਉਮਰ ਹੀ ਨਹੀਂ ਤੱਕ ਹੋਈ, ਮੈਂ ਸੋਚਦਾ ਕਿ ਉਹਨੇ ਇੱਕ ਬੜਾ ਵੱਡਾ ਕੰਮ ਕਰਕੇ ਲੋਕਾਂ ਵਾਸਤੇ ਇੱਕ ਪ੍ਰੇਰਨਾ ਸੁੱਧ ਬਣੀ ਵੀ ਭਾਈ ਆਹ ਵੇਖੋ ਜੇ ਸੇਵਾ ਕਰਨੀ ਕਿੱਦਾਂ ਹੁੰਦੀ। ਜੀ ਬਿਲਕੁਲ ਜੀ। ਜੀ ਹੁਣ ਆਪਾਂ ਅਗਲੀ ਖਬਰ ਜਿਹੜੀ ਥੋੜੀ ਅਦਾਲਤਾਂ ਬਾਰੇ ਲੈ ਲਈਏ ਜੀ, ਕਿ ਅਦਾਲਤਾਂ ਬਾਰੇ ਵੀ ਬਹੁਤ ਅਹਿਮ ਖਬਰਾਂ ਨੇ ਸਾਡੇ ਕੋਲ। ਤੇ 1 ਸਾਲ ਤੋਂ ਹਾਈ ਕੋਰਟ ਵਿੱਚ ਜ਼ਮਾਨਤ ਅਰਜੀ ਵਿਚਾਰ ਅਧੀਨ ਹੋਣ ਉੱਤੇ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ। ਕਿੱਥੇ ਹੈਰਾਨੀ ਪ੍ਰਗਟਾਈ ਗਈ ਹੈ ਜੀ? ਇਹ ਬੜੀ ਅਫਸੋਸ ਦੀ ਗੱਲ ਹੈ ਜੀ। ਜੀ ਹਾਈ ਕੋਰਟ ਸ਼ਾਇਦ ਮੇਰੇ ਖਿਆਲ ਉਹ ਪੰਜਾਬ ਦੀ ਨਹੀਂ, ਉਹ ਹੈਗੀ ਮਹਾਰਾਸ਼ਟਰ ਦੀ, ਕਿੱਥੋਂ ਨਹੀਂ ਹੈਗੀ, ਮੈਨੂੰ ਯਾਦ ਨਹੀਂ, ਮੈਨੂੰ ਭੁੱਲ ਗਿਆ ਥੋੜਾ ਜਿਹਾ। ਜੀ 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 ਉਹ ਹਾਈ ਕੋਰਟ 'ਚ ਐਪਲੀਕੇਸ਼ਨ ਦਿੱਤੀ ਮੇਰੀ ਜ਼ਮਾਨਤ ਦਰਜ ਲਈ ਜਾਵੇ। ਅੱਛਾ ਜੀ। 1 ਸਾਲ ਉੱਤੇ ਵਿਚਾਰ ਹੀ ਨਹੀਂ ਕੀਤਾ ਗਿਆ। ਅੱਛਾ ਜੀ। ਜਦੋਂ ਸੁਪਰੀਮ ਕੋਰਟ 'ਚ ਮਾਮਲਾ ਗਿਆ ਤਾਂ ਜ਼ਮਾਨਤ ਤੁਹਾਨੂੰ ਮਿਲਣੀ ਸੀ। ਸੁਪਰੀਮ ਕੋਰਟ ਨੇ ਕਿਹਾ ਚੀਫ ਜਸਟਿਸ ਨੂੰ ਸੁੱਤਾ ਕਿੱਥੇ ਰਿਹਾ ਦੱਸ ਪਹਿਲਾਂ ਤੂੰ। ਜੀ ਇਹਦਾ ਸਾਨੂੰ ਲਿਖਤੀ ਪੜਤੀ ਜਵਾਬ ਦੇ ਵੀ ਕਿਹੜਾ ਜੱਜ ਦੋਸ਼ੀ, ਕਿਹਨੇ ਇਹਨੂੰ ਦਬਾ ਕੇ ਰੱਖਿਆ, ਜੀ ਕਿਹੜੀ ਰਜਿਸਟਰੀ ਦੋਸ਼ੀ ਆ, ਕਿਹੜਾ ਕਲਸਟਰ ਦੋਸ਼ੀ ਹੈ, ਕਿਹੜਾ ਵਿਅਕਤੀ ਦੋਸ਼ੀ ਹੈ, ਉਹਦੀ ਪੂਰੀ ਰਿਪੋਰਟ ਬਣਾ ਕੇ ਭੇਜੋ। ਜੀ ਅਸੀਂ ਲੋਕਾਂ ਨੂੰ ਇਨਸਾਫ ਦੇਣ ਵਾਸਤੇ ਬੈਠੇ, ਨਾ ਕਿ ਬਰਬਾਦ ਕਰਨ ਵਾਸਤੇ ਬੈਠੇ। ਜੀ ਅਸੀਂ ਸੋਚਦੇ ਵੀ ਸੁਪਰੀਮ ਕੋਰਟ ਦਾ ਇੱਕ ਸ਼ਲਾਘਾਯੋਗ ਫੈਸਲਾ ਵਾ, ਜਿਵੇਂ ਦਿੱਲੀ ਹਾਈ ਕੋਰਟ ਨੇ ਫੈਸਲਾ ਲਿਆ ਵਾ। ਜੀ ਜਿਹੜੇ ਬੰਦੇ ਬਿਨਾਂ ਜਵਾਬਾ ਲਾ ਕੇ ਮਾਲੀਆ ਜਿਹੜੀ ਜਾਮੀਆ ਯੂਨੀਵਰਸਿਟੀ ਦੇ ਤੇ JNU ਦੇ 3 ਵਿਦਿਆਰਥੀ ਜਿਹੜੇ ਸੀਗੇ, ਜੀ ਉਹਨਾਂ ਨੂੰ ਅੰਦਰ ਦੇ ਦਿੱਤਾ, ਕੋਈ ਸੁਣਵਾਈ ਨਹੀਂ। ਜਵਾਬਾ ਜਦੋਂ ਲੱਗ ਜਾਂਦਾ ਉਦੋਂ ਜਿਹੜੀ ਆ ਕੋਰਟ ਆਪਣੀ ਮਰਜ਼ੀ ਦਾ ਜਿਹੜੀ ਆ ਉਹ ਜ਼ਮਾਨਤ ਨਹੀਂ ਦੇ ਸਕਦੀ। ਜੀ
ਥਲੀਆਂ ਕੋਰਟਾਂ ਦੀ ਜ਼ਬਾਨਤ ਰੱਦ ਕਰਤੀ। ਹਾਈ ਕੋਰਟ 'ਚ ਮਾਮਲਾ ਗਿਆ, ਉਹਨੇ ਪੁੱਛਿਆ ਜਵਾਬਾ ਲਾਇਆ ਕਿਉਂ, ਤੁਹਾਨੂੰ ਦੱਸਿਆ ਜਾਵੇ ਜੀ। ਕਸੂਰ ਇਹਨਾਂ ਦਾ ਕੀ ਹੈ। ਇਹਨਾਂ ਜੀ ਭੜਕਾਊ ਭਾਸ਼ਣ ਕੀਤਾ, ਸੁਣਾਓ ਭਾਸ਼ਣ ਸਾਨੂੰ, ਕਿਹੜਾ ਭੜਕਾਊ ਭਾਸ਼ਣ ਕੀਤਾ। ਜੀ ਹੁਣ ਦਿੱਲੀ ਹਾਈ ਕੋਰਟ ਨੇ ਉਹਨਾਂ ਨੂੰ ਰਿਹਾ ਕੀਤਾ ਕਿ ਤੁਸੀਂ ਗਲਤ ਕਰ ਰਹੇ ਹੋ। ਹਾਲੀ ਕਿ ਕਾਨੂੰਨ ਦੇ ਮੁਤਾਬਕ ਜਵਾਬਾਂ ਦੇ ਖਿਲਾਫ ਹਾਈ ਕੋਰਟ ਵੀ ਇਦਾਂ ਕਾਰਵਾਈ ਨਹੀਂ ਕਰ ਸਕਦੀ ਕਿ ਕਾਨੂੰਨ ਪਾਰਲੀਮੈਂਟ 'ਚ ਬਣਿਆ ਜੀ। ਲੇਕਿਨ ਉਹ ਜੱਜਾਂ ਦੀ ਹਿੰਮਤ ਆ ਤੇ ਸਰਕਾਰ ਨੇ ਕਹਤਾ ਕਿਵੇਂ ਕਰ ਸਕਦੀ, ਸੁਪਰੀਮ ਕੋਰਟ ਜਾਵਾਂਗੇ। ਲੇਕਿਨ ਬੜੀ ਖੁਸ਼ੀ ਦੀ ਗੱਲ ਆ ਵੀ ਉਹ ਤਿੰਨੇ ਵਿਦਿਆਰਥੀ ਕੱਲ ਰਿਹਾ ਹੋ ਗਏ ਤੇ ਉਹਨਾਂ ਕਿਹਾ ਸਾਡੀ ਜੰਗ ਜਿਹੜਾ ਸੰਘਰਸ਼ ਹੈ ਜਾਰੀ ਰਹੂਗਾ। ਜੀ ਬਿਲਕੁਲ ਜੀ। ਦਿੱਲੀ ਦੰਗਿਆਂ ਦੇ ਮਾਮਲਾ, ਦਿੱਲੀ ਦੰਗਿਆਂ ਦੇ ਮਾਮਲੇ ਵਿੱਚ, ਦਿੱਲੀ ਦੰਗੇ ਕਿੱਥੇ, ਦਿੱਲੀ ਦੇ ਦੰਗੇ ਉਹ ਤਾਂ ਬੰਦੇ ਹੀ ਨਹੀਂ, ਹੋਰ ਬੰਦੇ ਜੀ ਜੀ ਜੀ। ਇਹ ਤੇ ਵਿਦਿਆਰਥੀ ਸੀ ਵਿਚਾਰੇ। ਜੀ ਬਿਲਕੁਲ ਜੀ। ਨਤਾਸ਼ਾ ਦੇਵਾਂਗਨਾ ਤੇ ਆਸਿਫ ਦੰਗਿਆਂ ਦੀ ਗੱਲ ਕਰ ਲਓ ਤੁਸੀਂ। ਜਿਹੜੇ ਸਾਡੇ ਇੱਕ ਜਸਪ੍ਰੀਤ ਜੀ ਛੋਟੀ ਜਿਹੀ ਗੱਲ ਕਰਨ ਲੱਗਾ ਜੀ ਜੀ। ਸਾਕਾ ਨੀਲਾ ਤੇਰਾ ਤੁਸੀਂ ਕਰਦੇ ਹੋ ਜੀ, ਜਿਹਨੂੰ ਤੇਜਾ ਘੱਲੂਘਾਰਾ ਸਿੰਘ ਕਹਿੰਦੇ ਆ ਜੀ। ਉਹਦੇ ਵਿੱਚ ਤੁਸੀਂ ਕਹਿੰਦੇ ਕਿ ਇੱਥੇ ਅੱਤਵਾਦੀ ਬੈਠੇ ਸੀ, ਵੱਖਪਤੀ ਬੈਠੇ ਸੀ। ਹਾਲੀ 30 ਮਈ 1984 ਨੂੰ ਰਾਜੀਵ ਗਾਂਧੀ ਆਏ ਚੰਡੀਗੜ੍ਹ, ਉਹਨੇ ਕਿਹਾ ਨੋ ਸੰਤ ਪਿੰਡੋਂ ਧਾਰਮਿਕ ਅੱਤਵਾਦੀ ਕਿੱਥੋਂ ਹੋ ਗਏ। ਅੱਛਾ ਜੀ। ਜਿਹਦੇ ਖਿਲਾਫ ਕੋਈ ਕੇਸ ਪੈਂਡਿੰਗ ਨਹੀਂ ਗਾ, ਤੁਸੀਂ 2 ਦਿਨ ਬਾਅਦ ਅਟੈਕ ਕਰ ਦਿੰਦੇ, ਕਹਿੰਦੇ ਜੀ ਅੱਤਵਾਦੀ ਬਾਤ ਕੀ ਬਾਹਰ ਕੱਢਣੇ ਇੱਥੇ ਅਸੀਂ। ਜੀ ਅਸੀਂ ਮੰਨ ਲਿਆ ਵੀ ਚਲੋ ਤੁਸੀਂ ਉਹਨਾਂ ਬੰਦਿਆਂ ਨੂੰ ਬਾਹਰ ਕੱਢਿਆ, ਤੁਸੀਂ ਗੋਲੀ ਚਲਾ ਕੇ ਚਲੋ ਮੰਨ ਲਿਆ ਸੀ, ਕੋਈ ਗੱਲ ਤੁਸੀਂ ਠੀਕ ਕੀਤਾ ਜੋ ਕੀਤਾ। ਜੀ। ਲੇਕਿਨ ਸਾਨੂੰ ਇਹ ਦੱਸ ਦਿਓ ਜਿਹੜੇ ਨਵੰਬਰ 1984 ਦੇ ਵਿੱਚ ਦਿੱਲੀ ਦੇ ਸਿੱਖ ਮਾਰੇ, ਉਹਨਾਂ ਦਾ ਕੀ ਕਸੂਰ ਸੀ। ਜੀ ਉਹ ਵੀ ਅੱਤਵਾਦੀ ਵੱਖਵਾਦੀ ਸੀ ਜਿਹਨੂੰ ਅਜੇ ਤੱਕ ਇਨਸਾਫ ਨਹੀਂ ਦਿੱਤਾ ਤੁਸੀਂ। ਜੀ ਬਿਲਕੁਲ ਜੀ। ਅਦਾਲਤਾਂ ਦੇ ਇਸ ਕਰਕੇ ਜੋ ਮਰਜ਼ੀ ਕਹੀ ਜਾਣ, ਇਹ ਜਿਹੜੀਆਂ ਇਹ ਦੰਗੇ ਕਹਿ ਜਾਂਦੇ ਆ, ਲੇਕਿਨ ਜੋ ਕੁਝ ਹੁੰਦਾ ਨਾ ਧਰਮ ਦੇ ਨਾਂ ਤੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਇਲੈਕਸ਼ਨ ਵੀ ਜਿੱਤਦੇ ਆ, ਦੇਸ਼ ਨੂੰ ਬਰਬਾਦ ਵੀ ਕਰਦੇ ਆ, ਸਭ ਕੁਝ ਕਰਦੇ ਆ। ਜਿਹੜਾ ਮੋਦੀ ਕਹਿੰਦਾ ਸੀ ਵੇਖੋ ਜੀ 15 ਲੱਖ ਰੁਪਇਆ ਇੱਕ ਪਰਿਵਾਰ ਦੇ ਘਰ ਚ ਆ ਜਾਏਗਾ ਜੀ। ਜੀ ਜੀ। ਅਸੀਂ ਲੈ ਕੇ ਆਵਾਂਗੇ, ਜਿਹੜੀ ਬਾਹਰ ਦੀ ਬੈਂਕ ਕੀ ਕਹਿੰਦੇ ਉਹਨੂੰ, ਉੱਥੋਂ ਲੈ ਕੇ ਆਵਾਂਗੇ ਅਸੀਂ ਜੀ। ਲੇਕਿਨ ਉਸੇ ਬੈਂਕ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਦੋਂ ਨਾਲੋਂ ਬਹੁਤੇ ਪੈਸੇ ਜਮ੍ਹਾਂ ਨੇ ਇੰਡੀਅਨ ਜੀ। ਜਿਹੜੇ ਪਹਿਲੇ ਨੇ ਤੁਹਾਨੂੰ ਕਿੱਥੋਂ ਲੈ ਆਓ ਤੁਸੀਂ। ਉਹ ਰਿਪੋਰਟ ਆਈ ਜਿਹੜੀ ਰਿਪੋਰਟ ਦੇ ਮੁਤਾਬਕ ਗੱਲ ਕਰਦਾ ਮੈਂ। ਇਸੇ ਕਰਕੇ ਉਹਨਾਂ ਵਿਦਿਆਰਥੀਆਂ ਨੇ ਕੋਈ ਗਲਤ ਕੰਮ ਨਹੀਂ ਸੀ ਕੀਤਾ। ਜਵਾਬਾ ਜਿਹੜੀ ਬੜੀ ਮਾੜਾ ਇੱਕ ਐਕਟ ਆ ਜਿਹੜਾ ਲਾ ਦਿਓ ਤੇ ਕੋਈ ਸੁਣਵਾਈ ਨਹੀਂ ਤੁਹਾਡੀ ਕਿਤੇ ਨਹੀਂ ਹੈਗੀ। ਜੀ 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 ਬਿਲਕੁਲ ਜੀ। ਹੁਣ ਆਪਾਂ ਆਵਾਂਗੇ ਜੀ ਪੰਜਾਬ ਵੱਲ ਤੇ ਪੰਜਾਬ ਦੀਆਂ ਅਦਾਲਤਾਂ ਵੱਲ, ਇੱਥੋਂ ਦੇ ਜੁਡੀਸ਼ਰੀ ਸਿਸਟਮ ਵੱਲ ਤੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਐਡੀਸ਼ਨਲ ਏਜੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜੀ। ਮੰਗਿਆ ਤਾਂ ਵੈਸੇ ਨੰਦਾ ਸਾਹਿਬ ਤੋਂ ਜਾਂਦਾ ਸੀਗਾ, ਪਰ ਦੇਤਾ ਉਹਨਾਂ ਦੀ ਵਾਈਫ ਨੇ ਜੀ। ਮੈਂ ਸੋਚਦਾ ਜੀ ਬੜੀ ਬਹਾਦਰ ਲੇਡੀ ਜੀ। ਉਹਨੇ ਵੇਖਿਆ ਜੀ ਮੇਰੇ ਰੋਜ਼ ਹੀ ਮੇਰੇ ਸਾਹਮਣੇ ਮੇਰੇ ਘਰ ਦੀ ਬੇਇੱਜ਼ਤੀ ਹੁੰਦੀ ਤੇ ਇਹਨੂੰ ਤੇ ਸ਼ਰਮ ਨਹੀਂ, ਮੈਂ ਹੀ ਕਰਨਾ ਮਾੜੀ ਮੋਟੀ ਕੀ। ਅੱਛਾ ਜੀ। ਠੀਕ ਹੈ, ਉਹ ਲੇਡੀ ਕਹਿੰਦੇ ਕਾਫੀ ਇੰਟੈਲੀਜੈਂਟ ਆ, ਉਹਨੇ ਜੋ ਕੀਤਾ ਠੀਕ ਕੀਤਾ। ਉਹਨੇ ਕਿਹਾ ਜੀ ਮੈਂ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਨੀ। ਅੱਛਾ ਜੀ। ਤੇ ਪਤਾ ਵੀ ਉਹਨੂੰ ਹੈਗਾ ਬੀਬੀ ਨੂੰ ਕਿ 6 ਮਹੀਨੇ ਸਰਕਾਰ ਦੇ ਰਹੇਗਾ, ਜੇ 6 ਮਹੀਨੇ ਬਾਅਦ ਨੌਕਰੀ ਛੱਡਣੀ ਤੇ ਪਹਿਲਾਂ ਛੱਡ ਦਿਓ। ਜੀ ਬਿਲਕੁਲ ਜੀ। ਅਤਲ ਨੰਦਾ ਕੋ ਅਸਤੀਫਾ ਮੰਗਦੇ ਸੀ, ਲੋਕੀ ਰੌਲਾ ਪਾ ਕੇ ਠੱਗੇ, ਅਖਬਾਰਾਂ 'ਚ ਬਿਆਨ ਛਪ ਕੇ ਲਿਖਣੇ ਕਿ ਮੈਂ ਨਾ ਮੰਨੂ ਜੀ, ਕੈਪਟਨ ਸਾਹਿਬ ਨੇ ਨਹੀਂ ਦੇਣਾ, ਕੋਈ ਗੱਲ ਨਹੀਂ, ਕੰਮ ਕਰੋ ਤੁਸੀਂ। ਜੀ ਬਿਲਕੁਲ ਜੀ। ਇੱਕ ਐਡਵੋਕੇਟ ਜਨਰਲ ਹੁੰਦਾ ਸੀ ਬਾਦਲ ਸਰਕਾਰ ਦੇ ਟਾਈਮ ਤੇ ਜੀ, ਉਹਦਾ ਵੀ ਇਹ ਹਾਲ ਸੀ, ਕੇਸ ਹਰ ਗਿਆ। ਉਹਦੇ ਕੋਲ ਅਕਾਲੀ ਆਗੂ ਗਏ, ਮਹਾਰਾਜ ਜੀ ਵੇਖੋ ਲੋਕਾਂ 'ਚ ਬੜੀ ਬਦਨਾਮੀ ਹੁੰਦੀ, ਆਪਣੀ ਤੁਸੀਂ ਬਦਲ ਦਿਓ ਉਹਨੂੰ ਜੀ। ਅੱਗੋਂ ਜਵਾਬ ਕੀ ਸੀ? ਉਹ ਕਹਿੰਦੇ ਯਾਰ ਛੱਡੋ ਇਸ ਗੱਲ, ਲੋਕਾਂ ਦੀ ਗੱਲ ਛੱਡੋ ਤੁਸੀਂ। ਗੱਲ ਇਹ ਆ ਵੀ ਆਪਾਂ ਹਾਈ ਕੋਰਟ ਚੱਲ ਗਏ, ਸੁਪਰੀਮ ਕੋਰਟ ਕੇਸ ਕਰਦੇ ਆਪੇ ਚੱਲਾਂਗੇ ਉੱਥੋਂ, ਫਿਰ ਕੀ ਹੋ ਗਿਆ ਇਹਦੇ। ਲੇਕਿਨ ਇਹਦੇ ਨਾਲ ਦਾ ਵਫਾਦਾਰ ਬੰਦਾ ਨਹੀਂ ਮਿਲਿਆ ਜੀ। ਹੁਣ ਉਹ ਬੰਦਾ ਵਫਾਦਾਰ ਕੈਪਟਨ ਅਮਰਿੰਦਰ ਸਿੰਘ ਦਾ ਹੈਗਾ, ਉਹ ਕਿਉਂ ਜਾਊਗਾ? ਲੇਕਿਨ ਉਹਦੀ ਵਾਈਫ ਜਿਹੜੀ ਸੀ ਉਹਨਾਂ ਨੇ ਆਪਣੀ ਨੈਤਿਕਤਾ ਦੇ ਆਧਾਰ ਤੇ ਕਹਿਤਾ ਵੀ ਮੈਂ ਪ੍ਰਾਈਵੇਟ ਪ੍ਰੈਕਟਿਸ ਕਰਨੀ ਜੀ, ਮੈਂ ਆਪਣੇ ਅਸਤੀਫਾ ਦਿੰਦੀ ਆਪਣੇ ਉਹਦੇ ਤੋਂ। ਚੰਗੀ ਗੱਲ ਬੀਬੀ ਜੀ, ਜੇ ਆਪਣੇ ਕੰਮ ਨਹੀਂ ਆਪਣੇ ਗੁਜਰਾਤ ਨਹੀਂ ਦਿੱਤਾ ਛੱਡਦਾ, ਚੰਗਾ ਕੀਤਾ ਜੀ 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 ਜੀ। ਤੇ ਹੁਣ ਆਪਾਂ ਅਗਲੀ ਗੱਲ ਕਰ ਲਈਏ ਜੀ ਅਧਿਆਪਕਾਂ ਦੀ। ਤੇ ਅਧਿਆਪਕਾਂ ਦਾ ਸਤਿਕਾਰ, ਦੇਸ਼ ਦੇ ਭਵਿੱਖ ਦਾ ਸਤਿਕਾਰ, ਤੇ ਪਰ ਇੱਥੇ ਤਾਂ ਟੈਂਕੀਆਂ ਤੇ ਚੜ੍ਹਨਾ ਪੈ ਰਿਹਾ, ਇਹ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਜੀ। ਹਾਲ ਬਹੁਤ ਮਾੜਾ ਹੈ ਇੱਥੇ ਤਾਂ। ਵੇਖੋ ਜੀ, ਜਿਹੜੀ ਆਪਾਂ ਕਰਦੇ ਅਧਿਆਪਕਾਂ ਦੀ ਗੱਲ ਜੀ, ਜਿਹੜੇ ਅਧਿਆਪਕ ਹੁੰਦੇ ਹਰ ਦੇਸ਼ ਦਾ ਸਰਮਾਇਆ ਹੁੰਦੇ ਆ ਜੀ। ਇਹ ਸਰਮਾਇਆ, ਇਹਨਾਂ ਤੋਂ ਬਗੈਰ ਕੋਈ ਵੀ ਕਿਸੇ ਪਾਸੇ ਤੁਸੀਂ ਤਰੱਕੀ ਨਹੀਂ ਕਰ ਸਕਦੇ ਜੀ। ਮੈਨੂੰ ਯਾਦ ਹੈ, ਮੈਂ ਕੁਝ ਮਹੀਨੇ ਪਹਿਲਾਂ ਇੱਕ ਅਖਬਾਰ ਪੜ੍ਹ ਰਿਹਾ ਸੀ, ਸ਼ਾਇਦ ਜਰਮਨੀ ਸੀ ਜਾਂ ਫਰਾਂਸ ਸੀਗੀ। ਅੱਛਾ ਜੀ। ਉਹਦੇ ਵਿੱਚ ਕਿਸੇ ਅਧਿਆਪਕ ਦਾ ਕੁਝ ਚਲਾਨ ਹੋ ਗਿਆ ਜੀ।
ਉਹਨੂੰ ਡੇਟ ਦਿੱਤੀ ਗਈ ਵੀ ਭਾਈ ਤੂੰ ਆ, ਤੂੰ ਚਲਾਨ ਨਹੀਂ ਭਰਿਆ ਆਪਣਾ। ਉਹ ਨਹੀਂ ਪੁੱਜਾ, ਉਹਦੇ ਕੋਲ ਪੁਲਿਸ ਗਈ ਵੀ ਚੱਲ ਤੈਨੂੰ ਜੱਜ ਨੇ ਬੁਲਾਇਆ ਜੀ, ਉਹ ਚਲੇ ਗਿਆ ਜੀ। ਕੋਈ ਗੱਲ ਨਹੀਂ, ਜੱਜ ਨੇ ਬੁਲਾ ਕੇ ਚੱਲ ਜਾਂਦੇ ਆਪਾਂ। ਜਦੋਂ ਜੱਜ ਨੇ ਪੁੱਛਿਆ ਹਾਂ ਵੀ ਤੂੰ ਆਇਆ ਕੋਈ ਨਹੀਂ ਬਈ, ਤੈਨੂੰ ਕਿਹਾ ਤੂੰ ਤਰੀਕ ਨੇ ਤੂੰ ਸਮਝਿਆ ਅਦਾਲਤ ਤੂੰ ਜੀ। ਉਹ ਕਹਿੰਦਾ ਜੀ ਕੰਮ ਜ਼ਿਆਦੇ ਸੀ ਤੇ ਇਮਤਿਹਾਨ ਚੱਲਦੇ ਸੀ, ਇਸ ਕਰਕੇ ਜਿਹੜਾ ਮੈਂ ਨਹੀਂ ਆ ਸਕਦਾ। ਅੱਛਾ ਜੀ। ਉਹ ਕਹਿੰਦਾ ਤੁਸੀਂ ਕੰਮ ਕੀ ਕਰਦੇ ਹੋ? ਟੀਚਰ। ਜੱਜ ਆਪਣੀ ਕੁਰਸੀ ਤੋਂ ਉੱਠ ਕੇ ਖਲੋ ਗਿਆ। ਅੱਛਾ ਜੀ। ਕਹਿੰਦਾ ਮਾਸਟਰ ਜੀ ਤੁਹਾਡੇ ਕਰਕੇ ਜੱਜ ਆ ਮੈਂ ਜੀ, ਤੁਹਾਡੇ ਕਰਕੇ ਟੀਚਰ ਨੇ ਪੜਾਇਆ ਨਾ, ਸਭ ਮਾਫ, ਕੋਈ ਨਹੀਂ ਲੇਟ ਹੋ ਗਏ ਤੇ ਫਿਰ ਕੀ ਹੋਇਆ ਨਾ, ਮਾਫੀ ਬਿਲਕੁਲ ਤੇ ਮਾਸਟਰ ਟੀਚਰ ਨੂੰ। ਉਹ ਸਤਿਕਾਰ ਟੀਚਰ ਜੀ, ਜਿਹੜਾ ਟੀਚਰ ਨੂੰ ਅਸੀਂ ਗੁਰੂ ਮੰਨਦੇ ਵੀ ਗੁਰੂ ਹੈ ਜੀ, ਗੁਰੂ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਨਾ ਜੀ। ਹੁਣ ਵੇਖੋ ਜਿਹੜੇ ਟੀਚਰ ਵਿਚਾਰੇ ਹੈਗੇ ਆ, ਜਿਹੜੇ ਤੁਸੀਂ 27 ਟੈਂਪਰੇਰੀ ਟੀਚਰ ਖੜੇ ਰੱਖੇ ਸੀ, ਤੁਸੀਂ ਕਿਹਾ ਜੀ ਪੱਕੇ ਕਰ ਦਿਆਂਗੇ, ਪੱਕੇ ਕਰ ਦਿੰਦੇ, ਪੱਕੇ ਮੇਰੇ 17-18 ਸਾਲ ਹੋ ਗਏ ਪੱਕੇ ਨਹੀਂ ਜੀ। ਤੇ 2010 ਦੇ ਵਿੱਚ ਉਹਨਾਂ ਕੜਕਦੀ ਧੁੱਪ ਦੇ ਠੰਡ ਦੇ ਵਿੱਚ ਜਿਹੜੇ ਅਸੀਂ ਤੁਹਾਨੂੰ ਪਤਾ ਹੋਊਗਾ ਧਰਨੇ ਦਿੱਤੇ ਸੀਗੇ। ਬਿਲਕੁਲ ਜੀ। ਤੇ 6 ਮਹੀਨੇ ਦੀ ਬੱਚੀ ਇੱਕ ਧਰਨੇ ਦੇ ਨਾਲ ਮਰ ਗਈ ਸੀ ਜੀ ਜੀ। ਹਾਂਜੀ, ਬਹੁਤ ਮੰਦਭਾਗੀ ਘਟਨਾ ਹੋਈ ਸੀ। ਤੇ 2010 ਦੇ ਵਿੱਚ ਕਿਰਨਜੋਤ ਇੱਕ ਟੀਚਰ ਸੀ, ਉਹਨੇ ਆਪਣੇ ਆਪ ਨੂੰ ਅੱਗ ਵੀ ਲਗਾ ਲਈ ਸੀ ਜੀ। ਤੇ ਹੁਣ ਵੀ ਵੇਖੋ ਜੋ ਕੁਝ ਹੋ ਰਿਹਾ ਵਾ, ਕੋਈ ਉੱਤੋਂ ਤੀਜੀ ਮੰਜ਼ਿਲੋਂ ਛਾਲ ਮਾਰ ਰਿਹਾ ਵਾ, ਕੋਈ ਇੱਕ ਬੀਬੀ ਨੇ ਸਲਫਾਸ ਕਹਿੰਦੇ ਕੱਲ ਖਾ ਲਈ ਜੀ, ਕੋਈ ਜਿਹੜੇ ਟੀਚਰ ਨੇ ਵਿਚਾਰੇ ਭਾਖੜਾ ਨਹਿਰ ਛਾਲਾਂ ਮਾਰ ਰਹੇ ਆ ਜੀ ਕਿਸੇ ਜੀ ਕੇ ਕੀ ਕਰਨਾ, ਅਸੀਂ ਨਿਆਣੇ ਨਹੀਂ ਪਾਲ ਸਕਦੇ, ਕਰ ਜੀ ਕੇ ਕਰਨਾ ਕੀ, ਸਾਨੂੰ ਹੱਕ ਨਹੀਂ ਮਿਲ ਰਹੇ ਸਾਡੇ। ਜੀ। ਦੂਜੇ ਪਾਸੇ ਸਰਕਾਰਾਂ ਜਿਹੜੀਆਂ ਵਾ ਉਹ ਬੇਗਿਆਨਗੀ ਜਿਹੜੀਆਂ ਉਹ ਨੀਤੀ ਅਪਣਾਈ ਉਹਨਾਂ ਜਦੋਂ ਕਿਤੇ ਇਹਨਾਂ ਦੇ ਆਪਣੇ ਐਮਐਲਏਆਂ ਦੇ ਤੇ ਮੰਤਰੀਆਂ ਦੇ ਭੱਤੇ ਵਧਣੇ ਹੁੰਦੇ ਆ, ਤਨਖਾਹਾਂ ਵਧਣੀਆਂ, ਕੋਈ ਬੋਲਦਾ ਕੋਈ ਨਹੀਂ ਬੋਲਦਾ ਜੀ, ਚੁੱਪ ਕਰਕੇ ਵਧਾ ਦਿੰਦੇ ਆ ਜੀ। ਤੇ ਜਿਨ੍ਹਾਂ ਦੀ ਲੋੜ ਆ ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾ। ਇਸ ਕਰਕੇ ਅਧਿਆਪਕਾਂ ਦੀ ਜਿਹੜੀ ਗੱਲ ਆ, ਅਧਿਆਪਕਾਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਵਾ। ਭਾਵੇਂ ਕਿ ਇਹਨਾਂ ਨੇ ਕਿਹਾ ਅੱਜ ਦੀ ਮੀਟਿੰਗ ਸੀ, ਮੈਨੂੰ ਅਜੇ ਤੱਕ ਇਨਫੋਰਮੇਸ਼ਨ ਮਿਲੀ ਨਹੀਂ, ਮੀਟਿੰਗ ਸੀ, ਪਤਾ ਸੀ ਵੀ ਇਹਨਾਂ ਨੂੰ ਸ਼ਾਇਦ ਜਿਹੜੇ ਪਿਛਲੇ ਅਧਿਆਪਕ ਨੇ 8363 ਜੀ ਸੌਰੀ 13,000 ਅਧਿਆਪਕ ਉਹਨਾਂ ਨੂੰ ਸ਼ਾਇਦ ਪੱਕਿਆ ਕਰ ਦੇਣ। ਕਿਉਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਕੰਮ ਕਰ 2003 ਤੋਂ ਕੰਮ ਕਰਦੇ ਆ ਸੀ, ਕੋਈ 6,000 ਤਨਖਾਹ ਲੈਂਦਾ, ਕੋਈ 10,000 ਲੈਂਦਾ, ਕੋਈ 5,000 ਲੈਂਦਾ, ਇਹਦੀ ਤਨਖਾਹ ਦਾ ਗੁਜ਼ਾਰਾ ਹੁੰਦਾ ਜੀ। ਬਿਲਕੁਲ ਬਿਲਕੁਲ। ਤੇ ਇਹਨਾਂ ਨੇ ਉਦੋਂ ਕਮਿਟਮੈਂਟ ਕੀਤੀ ਸੀ 2016 ਦੇ ਵਿੱਚ ਸਾਡੀ ਸਰਕਾਰ ਦੇ ਬਣਨ ਦੇ ਉੱਤੇ ਪਹਿਲੀ ਮੀਟਿੰਗ ਤੁਹਾਨੂੰ ਪੱਕਿਆ ਕੀਤਾ ਜਾਊਗਾ ਜੀ, ਲੇਕਿਨ ਉਹ ਵੀ ਕਮਿਟਮੈਂਟ ਨਹੀਂ ਪੂਰੀ ਕੀਤੀ। ਇਸ ਕਰਕੇ ਮੈਂ ਕਹਿੰਦਾ ਵੀ ਜੇ ਅਧਿਆਪਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ। ਖਜ਼ਾਨੇ ਤੇ ਜਿੰਨਾ ਮਰਜ਼ੀ ਬੋਝ ਪਵੇ, ਜੋ ਮਰਜ਼ੀ ਹੋਵੇ, ਜਿਹੜੇ 4-4 ਪੈਨਸ਼ਨ ਲੈਂਦੇ ਉਹਨਾਂ ਦੀ ਪੈਨਸ਼ਨ 3-3 ਬੰਦ ਕੀਤੀਆਂ ਜਾਣ। ਜੀ 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 ਜੀ। ਇਹਦੇ ਵਿੱਚ ਕੋਰਟਾਂ ਨੂੰ ਇਸ਼ੂ ਮੋਟਰ ਲੈਣਾ ਚਾਹੀਦਾ ਵੀ ਉਹ 3-3 ਪੈਨਸ਼ਨ ਬੰਦ ਕਰਕੇ ਆਜ਼ਾਦੀ 2 ਪੈਨਸ਼ਨ ਵੇਖੀਏ ਤੁਸੀਂ। ਸਾਡੇ ਫੌਜੀ ਵੀਰ ਜਿਹੜੇ ਆ ਵਨ ਪੈਨਸ਼ਨ ਵੰਜ ਰਹੇ ਤਾਂ ਕਿੰਨਾ ਚਿਰ ਰੌਲਾ ਪਾਉਂਦੇ ਹੋ ਗਏ, ਧਰਨੇ ਵੀ ਦੇ ਬੈਠੇ ਸਭ ਮੰਨੀ ਵਗੈਰਾ ਕਿਸੇ ਨੇ ਮੰਨੀ, ਸਾਡੀ ਕਹਿੰਦਾ ਹੱਕ ਬਣਦਾ। ਇਸ ਕਰਕੇ ਅਧਿਆਪਕਾਂ ਦੀਆਂ ਜਿਹੜੀਆਂ ਵਾ ਉਹਨਾਂ ਨੂੰ ਕੀਤਾ ਜਾਵੇ। ਅਧਿਆਪਕ ਹੀ ਜਿਹੜਾ ਇੱਕ ਜਿਹੜਾ ਵਾ ਅਸਾਰੂ ਸਮਾਜ ਦੀ ਸਾਰੀ ਕਰ ਸਕਦਾ। ਜੀ ਜੀ ਬਿਲਕੁਲ ਜੀ। ਜੀ ਹੁਣ ਆਪਾਂ ਥੋੜਾ ਜਿਹਾ ਸਿਆਸਤ ਦੀਆਂ ਗੱਲਾਂ ਕਰਾਂਗੇ ਜੀ। ਤੇ ਸਿਆਸਤ ਦੇ ਵਿੱਚ ਪਿਛਲੇ ਦਿਨ ਹੀ ਹੋਇਆ ਸੀ ਅਕਾਲੀ। ਸਿਆਸਤ ਦਾ ਮੈਂ ਰੋਲ ਮੇਰਾ ਜ਼ਿਆਦਾ ਨਹੀਂ ਹੁੰਦਾ, ਮੈਂ ਸਿੱਧਾ ਜਿਹਾ ਬੰਦਾ ਉਹ ਜਦ ਪੁੱਛਿਆ ਕਰੋ। ਜੀ ਜੀ ਜੀ। ਤੇ ਅਕਾਲੀ ਬਸਪਾ ਦੇ ਗੱਠਜੋੜ ਦੀ ਤਾਂ ਫਿਰ ਵੀ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਜੀ। ਤੇ ਕਾਂਸ਼ੀ ਰਾਮ ਦੀ ਯਾਦ ਵਿੱਚ ਗੇਟ ਬਣਾਉਣ ਦਾ ਵਿਰੋਧ ਕਰਨ ਵਾਲੇ ਅਕਾਲੀਆਂ ਨੇ ਬਸਪਾ ਨਾਲ ਸਮਝੌਤਾ ਮਜਬੂਰੀ ਵਸ ਕੀਤਾ, ਅਵਿਨਾਸ਼ ਚੰਦਰ ਨੇ ਕਿਹਾ। ਤੇ ਢੀਂਡਸੇ ਦਾ ਵੀ ਬਿਆਨ ਆਇਆ ਹੈ ਕਿ 2022 ਤੋਂ ਬਾਅਦ ਜਿਹੜੀ ਬਸਪਾ ਹੈ ਉਹ ਪਛਤਾਏਗੀ। ਸੋ ਇਸ ਬਾਰੇ ਸਾਰੀਆਂ ਗੱਲਾਂ ਖਬਰਾਂ ਆਪਾਂ ਇਕੱਠੀਆਂ ਕਰ ਲਈਏ ਜੀ। ਤੇ ਗੱਠਜੋੜ ਨੂੰ ਨਾਪਾਕ ਵੀ ਦੱਸਿਆ ਜਾ ਰਿਹਾ ਕਿ ਬਹੁਤ ਮੋਟੀ ਜਿਹੜੀ ਰਾਸ਼ੀ ਹੈ ਉਹ ਵੀ ਨਿਲ ਲਈ ਗਈ ਹੈ ਜੀ। ਦੇਖੋ ਜੀ, ਜਿਹੜੀ ਇਹ ਗੱਠਜੋੜ ਦੀ ਗੱਲ ਆ ਜੀ, ਇਹ ਅਵਿਨਾਸ਼ ਚੰਦਰ ਨੇ ਜੀ ਤੇ ਇਹਨਾਂ ਨੇ ਇੱਕ ਪਾਰਲੀਮੈਂਟ ਸੈਕਟਰੀ ਵੀ ਰਹੇ ਨੇ ਅਕਾਲੀ ਸਰਕਾਰ ਦੇ ਟਾਈਮ ਦੇ ਉੱਤੇ। ਜੀ ਬਿਲਕੁਲ ਜੀ। ਇਹਨਾਂ ਨੇ ਇੱਕ ਜਿਹੜਾ ਸੀ ਆਪਣੇ ਹਲਕੇ ਫਲੋਰ ਦੇ ਵਿੱਚ ਇੱਕ ਯਾਦਗਾਰ ਬਣਾਉਣ ਦੀ ਗੱਲ ਕੀਤੀ ਸੀ, ਗੇਟ ਬਣਾਉਣਾ ਸੀ ਕਾਂਸ਼ੀ ਰਾਮ ਦੀ ਯਾਦ ਦੇ ਵਿੱਚ। ਅੱਛਾ ਜੀ। ਭਾਵੇਂ ਚਲੋ ਨਹੀਂ ਤੁਸੀਂ ਰੱਖਤਾ, ਲੇਕਿਨ ਅੱਜ ਤੱਕ ਉਹ ਗੇਟ ਨਹੀਂ ਬਣਿਆ। ਭਾਵੇਂ ਅਕਾਲੀਆਂ ਦਰਸ਼ਕ ਕਰ ਰਹੇ ਕਿ 4 ਸਾਲ ਕੈਪਟਨ ਸਾਹਿਬ ਦੇ ਗੇਟ ਨਹੀਂ ਬਣਿਆ ਜੀ। ਹੁਣ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਇਹਨਾਂ ਅਕਾਲੀਆਂ ਤੋਂ ਜਿਹੜੀ ਬਸਪਾ ਕੋਈ ਆਸ ਨਾ ਰੱਖੇ ਜੀ। ਇਹ ਗੱਠਜੋੜ ਇਹਨਾਂ ਦਾ ਜਿਹੜਾ ਵਾ ਉਹ ਦਲਿਤਾਂ ਵਾਸਤੇ ਨਹੀਂ, ਇਹਨਾਂ ਦਾ ਸਵਾਰਥੀ ਪਨੇ ਦੇ ਵਿੱਚ ਹੈਗਾ ਵਾ ਤੇ ਇਹਦੇ ਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਹੈਗਾ। ਇਹਦੇ ਵਿੱਚ ਬਸਪਾ ਆਪਣਾ ਨੁਕਸਾਨ ਕਰਾਏਗੀ। ਜਿਹੜੇ ਅਕਾਲੀਆਂ ਨੇ ਬਾਬੂ ਕਾਂਸ਼ੀ ਰਾਮ
ਜਿਹੜੇ ਬਸਪਾ ਦੇ ਬਾਨੀ ਸੀ ਉਹਦਾ ਗੇਟ ਨਹੀਂ ਬਣ ਦਿੱਤਾ ਤੇ ਇਹਨਾਂ ਨੂੰ ਟਿਕਟ ਕਿੱਥੇ ਦੇ ਦੇਣਗੇ? ਇਹਨਾਂ ਦੀ ਮਦਦ ਕਰ ਦੇਣਗੇ ਜੀ। ਸੀਟਾਂ ਇਹਨਾਂ ਨੂੰ ਉਹ ਦਿੱਤੀਆਂ ਗਈਆਂ ਜਿੱਥੇ ਦੀਆਂ ਸਾਰੀਆਂ ਹਰਨੀਆਂ ਨੇ ਜੀ। ਅਗਲੇ ਪਾਸੇ ਇਹ ਵੀ ਦੱਸਦੇ ਵੀ ਸੀਟਾਂ ਉਹ ਦਿੱਤੀਆਂ ਜਿੱਥੇ ਬੀਜੇਪੀ ਦੇ ਕੈਂਡੀਡੇਟ ਮਜ਼ਬੂਤ ਨੇ। ਅੱਛਾ ਜੀ, ਇਹ ਵੀ ਗੱਲ ਵਿੱਚ ਚਾਹੀਦੀ ਹੈ ਜੀ। ਉਹ ਵੀ ਬੀਜੇਪੀ ਜਿੱਦੇ ਕੋਈ ਗੱਲ ਨਹੀਂ, ਉਹਦੇ ਤੇ ਸਗੋਂ ਵੱਖਰੀ ਵੀ ਗੱਲ ਕਰਾਂਗੇ। ਕਿਤੇ ਆਪਾਂ ਪੁੱਛਿਆ ਸੀ ਆਪਣੇ ਨੂੰ ਹਰਜੀਤ ਗਰੇਵਾਲ ਨੂੰ, ਤੇ ਉਹਨੇ ਇਸ ਗੱਲ ਨੂੰ ਤਸਲੀਮ ਵੀ ਕੀਤਾ। ਅੱਛਾ ਜੀ। ਹੁਣ ਅਵਿਨਾਸ਼ ਚੰਦਰ ਕਹਿੰਦਾ ਵੀ ਬਸਪਾ ਨੇ ਜਿਹੜਾ ਇਹ ਅਸਾਵਾਂ ਗਠਨ ਕੀਤਾ ਵਾ, ਕਿਉਂਕਿ ਜਿਹੜੇ ਬੰਦੇ ਕਾਂਸ਼ੀ ਰਾਮ ਦਾ ਇੱਕ ਗੇਟ ਨਹੀਂ ਬਣ ਦਿੱਤਾ ਗਿਆ, ਉਹ ਤੁਹਾਡੀ ਭਲਾਈ ਵਾਸਤੇ ਕਿਵੇਂ ਸੋਚ ਸਕਦੇ ਆ ਜੀ। ਤੁਸੀਂ ਡਿਪਟੀ ਮੁੱਖ ਮੰਤਰੀ ਦੀ ਗੱਲ ਕਰਦੇ, ਤੁਹਾਨੂੰ ਲਾਗੇ ਨਹੀਂ ਫਟਕਣ ਦੇਣਾ। ਤੁਹਾਨੂੰ ਪਤਾ ਹੋਏਗਾ, ਇੱਕ ਸਵਾਲ ਪੁੱਛਿਆ ਸੀ ਇਹਨਾਂ ਨੂੰ ਵੀ ਭਾਈ ਬਸਪਾ ਚ ਹੋਏਗਾ ਨਹੀਂ, ਸਮਾਂ ਆ ਕੇ ਵੇਖਾਂਗੇ, ਸਮਾਂ ਆਏਗਾ ਵੇਖਾਂਗੇ ਜੀ। ਡਿਪਟੀ ਮੁੱਖ ਦੀ ਹੈਸੀਅਤ ਕੀ, ਇੱਕ ਪਲੇਟ ਹੀ ਬਦਲਣੀ, ਬਾਕੀ ਦੇ ਮੰਤਰੀ ਜੋ ਸਾਰੀ ਸਹੂਲਤਾਂ ਮੰਤਰੀ ਨਾਲ ਮਿਲਣੀਆਂ ਜੀ। ਸਿਰਫ ਸੁਪਰ ਸੀਐਮ ਸਿਰਫ ਇਸ ਕਰਕੇ ਜੀ ਸੁਖਬੀਰ ਸਿੰਘ ਬਾਦਲ ਵੀ ਉਹ ਸਰਦਾਰ ਪ੍ਰਕਾਸ਼ ਸਿੰਘ ਦਾ ਬੇਟਾ, ਬਾਦਲ ਦਾ ਬੇਟਾ ਸੀ ਜੀ, ਉਹਦੇ ਕੋਲ ਅਧਿਕਾਰ ਹੈਗੇ ਸੀ, ਬਾਕੀ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈਗਾ। ਇਹ ਬੇਸ਼ੱਕ ਕਈ ਜਨ ਅਵਿਨਾਸ਼ ਚੰਦਰ ਇਸ ਗੱਲ ਦਾ ਵਿਰੋਧ ਕੀਤਾ ਕਿ ਤੁਸੀਂ ਕੋਈ ਆਸਾ ਰੱਖੋ ਕਾਲੀਆਂ ਕੋਲੋਂ, ਤੁਹਾਡੇ ਕੋਲ ਬੇਸ਼ੱਕ ਉਹਨਾਂ ਨੇ ਇਹ ਕਰ ਲਿਆ ਵੀ ਚਲੋ ਜੀ ਵੇਖੋ ਜੀ ਅਸੀਂ ਜਿਹੜਾ ਵਾ ਉਹ ਸਮਝੌਤਾ ਕਰ ਲਿਆ ਵਾ, ਨੈਤਿਕਤਾ ਸਮਝੌਤਾ ਕੀਤਾ ਜੀ 1923 ਸਾਲ ਬਾਅਦ ਕੀਤਾ ਜੀ, 1996 ਸਮਝੌਤਾ ਸਾਡਾ ਹੈਗਾ ਸੀ, ਲੇਕਿਨ ਇਹ ਤੁਹਾਡੇ ਦਾ ਫਰਾਡ ਜੇ, ਅੱਜ ਵੀ ਫਰਾਡ ਹੋਣਾ ਤੇ ਕੱਲ ਵੀ ਫਰਾਡ ਹੋਣਾ ਜੀ 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 ਜੀ। ਤੇ ਢੀਂਡਸਾ ਦਾ ਵੀ ਬਿਆਨ ਆਇਆ ਹੈਗਾ ਕਿ 2022 ਤੋਂ ਬਾਅਦ ਪਛਤਾਉਣਾ ਪਏਗਾ, ਉਹ ਵੀ ਕਰ ਦਿਓ ਜੀ ਨਾਲ ਹੀ। ਬਿਲਕੁਲ ਜੀ, ਉਹਨਾਂ ਨੇ ਕਿਹਾ ਵੀ ਜਿਹੜੇ ਕਾਂਗਰਸੀ ਦੇ ਭਾਜਪਾ ਤੇ ਬਾਦਲ ਕੇ ਆ, ਇਹਨਾਂ ਨੂੰ ਛੱਡ ਕੇ ਅਸੀਂ ਕਿਸੇ ਨੂੰ ਗੱਠਜੋੜ ਕਰ ਸਕਦੇ ਹਾਂ, ਲੇਕਿਨ ਜਿਹੜਾ ਜਿੰਨੀਆਂ ਸੀਟਾਂ ਹੈਗੀਆਂ ਸੰਯੁਕਤ ਅਕਾਲੀ ਦਲ ਆਪ ਵੀ ਚੋਣ ਲੜੇਗਾ। ਲਿਹਾਜ਼ ਨਹੀਂ ਕਰਾਂਗੇ, ਸੀਟਾਂ ਹੀ ਉਹ ਚੁਣਾਂਗੇ ਜਿੱਥੇ ਮਤਲਬ ਅਸੀਂ ਸਾਡੇ ਉਮੀਦਵਾਰ ਜਿੱਤ ਸਕਦੇ ਆ। ਅੱਛਾ ਜੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਿਹੜੇ ਢੀਂਡਸਾ ਸਾਹਿਬ ਆਪ ਭਾਵੇਂ ਜਿੱਤ ਦੀ ਸਮਰੱਥਾ ਨਾ ਰੱਖਣ, ਲੇਕਿਨ 15 ਤੋਂ ਲੈ ਕੇ 20 ਸੀਟਾਂ ਜਿਹੀਆਂ ਜਿਹੜੀਆਂ ਇਹ ਆਪਣੇ ਬੰਦੇ ਕਰਕੇ ਹਰਾ ਸਕਦੇ ਜੀ। ਇਸ ਕਰਕੇ ਉਹਨਾਂ ਦਾ ਨਕਾਤੀ ਪ੍ਰੋਗਰਾਮ ਇੱਕੋ ਹੀ ਆ ਵੀ ਇਹਨਾਂ ਨੂੰ ਨਹੀਂ ਆਉਣ ਦੇਣਾ ਅਸੀਂ। ਬਾਕੀ ਉਹਨਾਂ ਨੇ ਕਿਹਾ ਵੀ ਮੱਥਾ ਟੇਕਿਆ ਕੇਸਗੜ੍ਹ ਸਾਹਿਬ ਵਿਖੇ, ਉਹਨਾਂ ਨੇ ਕਿਹਾ ਵੀ ਜਿਹੜਾ ਅਕਾਲੀਆਂ ਦਾ ਸਮਝੌਤਾ, ਇਹ ਸਮਝੌਤਾ ਜਿਹੜਾ ਇਹਨਾਂ ਦਾ ਸਿਰੇ ਚੜਿਆ, ਬਸਪਾ ਵਾਲੇ ਜਿਹੜੇ ਉਹ ਇਸ ਚੋਣਾਂ ਤੋਂ ਬਾਅਦ ਪਛਤਾਉਣਗੇ ਕਿ ਇਹਨਾਂ ਦਾ ਉਹਨਾਂ ਦੁਰਵਿਹਾਰ ਕਰਨਾ ਜੀ, ਉਹ ਇਹਨਾਂ ਨੂੰ ਉਦੋਂ ਪਤਾ ਲੱਗੂਗਾ ਜਦੋਂ ਇਲੈਕਸ਼ਨ ਆਏਗੀ ਜੀ ਜੀ। ਬਿਲਕੁਲ ਜੀ। ਤੇ ਹੁਣ ਆਪਾਂ ਸਿੱਧੂ ਤੇ ਕੈਪਟਨ ਬਾਜਵਾ ਗੱਲ ਕਰਨਾ ਜੀ ਜੀ। ਚਮਕੌਰ ਸਿੰਘ ਬਾਰੇ ਇਹਨਾਂ ਨੇ ਕਿਹਾ ਵੀ ਆਨੰਦਪੁਰ ਸਾਹਿਬ ਦੀ ਚਮਕੌਰ ਸਾਹਿਬ ਦੀ ਸੀਟ ਛੱਡ ਕੇ ਇਹਨਾਂ ਗੁਨਾਹ ਕੀਤਾ। ਢੀਂਡਸਾ ਸਾਹਿਬ ਨੇ ਕਿਹਾ, ਅਜੇ ਤੇ ਪਹਿਲੇ ਬਿੱਟੂ ਸਾਹਿਬ ਨੇ ਨਿਕਲੇ। ਬਿਲਕੁਲ ਜੀ। ਚਮਕੌਰ ਸਾਹਿਬ ਦੀ ਜੇ ਇਹਨਾਂ ਨੂੰ ਹਿਸਟਰੀ ਦਾ ਨਹੀਂ ਪਤਾ ਤੇ ਤੁਹਾਨੂੰ ਪਤਾ ਹੋਏਗਾ ਗੁਰੂ ਸਾਹਿਬ ਦੇ ਟਾਈਮ ਦੇ ਉੱਤੇ ਇੱਕ ਬੀਬੀ ਚਮਕੋ ਹੁੰਦੀ ਸੀ ਜੀ। ਜਿਹੜੀ ਬੀਬੀ ਚਮਕੋ ਸੀ ਉਹ ਤੇ ਸਿੰਘਾਂ ਨੂੰ ਪਾਣੀ ਪੂਣੀ ਬਣਾਉਂਦੀ ਸੀ, ਪ੍ਰਸ਼ਾਦਾ ਪਾਣੀ ਵੀ ਛਕਾਉਂਦੀ ਸੀ ਬਣਾ ਕੇ ਜੀ। ਉਹ ਦਲਿਤ ਲੇਡੀ ਸੀ ਜੀ। ਆਪਾਂ ਉਹ ਲਫ਼ਜ਼ ਵਰਤ ਨਹੀਂ ਸਕਦੇ ਅੱਜ ਕੱਲ ਬੈਨ, ਫਿਰ ਵੀ ਆਪਾਂ ਇਤਿਹਾਸ ਨੂੰ ਸੁਣ ਕੇ ਕਹਿੰਦੇ ਉਹਨੂੰ ਚਮਕੋ ਚਾਰੀ ਕਹਿੰਦੇ ਹੁੰਦੇ ਸੀ ਜੀ। ਤੇ ਗੁਰੂ ਸਾਹਿਬ ਨੇ ਉਹਨੂੰ ਚਮਕੌਰ ਦਾ ਨਾਂ ਦਿੱਤਾ ਸੀ ਦਲਿਤ ਔਰਤ ਤੋਂ। ਅੱਛਾ ਜੀ, ਇਹ ਇਤਿਹਾਸ ਹੈ ਨਾ। ਤੇ ਚਮਕੌਰ ਸਾਹਿਬ ਦੀ ਮਿਲ ਕੇ ਲੜਾਈਆਂ ਹੋਈਆਂ, ਚਮਕੌਰ ਸਾਹਿਬ ਬਣ ਗਿਆ ਤੇ ਉਸ ਸੀਟ ਤੋਂ ਤੁਸੀਂ ਕਹਿੰਦੇ ਵੀ ਸੀਟ ਦਿੱਤੀ ਉਹਨਾਂ ਬਸਪਾ ਵਾਲਿਆਂ ਨੂੰ ਜੀ ਜੀ। ਉਹਨਾਂ ਦਾ ਹੱਕ ਬਣਦਾ ਉਹ ਸੀਟ ਦੇ ਉੱਤੇ। ਢੀਂਡਸਾ ਸਾਹਿਬ ਬਿੱਟੂ ਜੀ ਸੋਚੋ ਥੋੜਾ ਜਿਹਾ ਤੁਸੀਂ, ਜੇ ਨਹੀਂ ਤੇ ਥੋੜੀ ਜਿਹੀ ਹਿਸਟਰੀ ਫਰੋੜ ਲਿਆ ਕਰੋ ਮਾੜੀ ਮੋਟੀ ਕਿੰਨੇ ਜੀ। ਇਸ ਕਰਕੇ ਇਹਨਾਂ ਵੀ ਗੱਲ ਕਹੀ ਵੀ ਇਹ ਗੱਲ ਨਹੀਂ ਦਿੱਤੀ ਜਾਣੀ ਚਾਹੀਦੀ। ਆਨੰਦਪੁਰ ਸਾਹਿਬ ਦੀ ਗੱਲ ਲੈ ਲਈਏ ਤੇ ਉੱਥੇ ਵੀ ਤੇ ਭਾਈ ਜੈਤਾ ਜੀ ਲੈ ਕੇ ਆਏ ਸੀ ਨਾ ਗੁਰੂ ਸਾਹਿਬ ਦਾ ਸੀਸ। ਬਿਲਕੁਲ ਜੀ, ਉਹਨਾਂ ਦਾ ਹਿੱਸਾ ਉਹਦੇ ਵਿੱਚ ਹੈਗਾ। ਫਿਰ ਇਸ ਕਰਕੇ ਢੀਂਡਸਾ ਸਾਹਿਬ ਨੂੰ ਚਾਹੀਦਾ ਇਹੋ ਜਿਹੀ ਗੱਲ ਕਰਨੀ, ਬਿੱਟੂ ਨੂੰ ਚਾਹੀਦਾ ਜਨਤਕ ਤੌਰ ਤੇ ਮਾਫੀ ਮੰਗੇ, ਆਪਣੇ ਕੋਲੋਂ ਬੁਲਾ ਲੈ, ਨਹੀਂ ਤੇ ਜਿੱਦਾਂ ਲੋਕੀ ਪੈ ਗਏ ਨੇ ਪਰਚੇ ਪੁਰਚੇ ਹੋ ਗਏ ਤੇ ਇਹਦੀ ਮੈਂਬਰਸ਼ਿਪ ਜਾਂਦੀ ਰਹਿਣੀ ਆ ਜਿਹੜੀ ਐਮਪੀਸ਼ਿਪ। ਅੱਛਾ ਜੀ 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 ਬਿਲਕੁਲ ਜੀ। ਤੇ ਸਿੱਧੂ ਐਕਸਪ੍ਰੈਸ ਨੂੰ ਰੋਕਣ ਲਈ ਬਾਜਵਾ ਤੇ ਕੈਪਟਨ ਦੇ ਰੱਥ ਵੀ ਕਹਿੰਦੇ ਇੱਕ ਮੰਚ ਤੇ ਆ ਗਏ ਹੈ। ਵਿੱਚ ਸੋਨੀਆ ਗਾਂਧੀ ਦੀ ਮੀਟਿੰਗ ਦੀਆਂ ਚਰਚਾਵਾਂ ਨੇ ਵੀ ਹਿਲਜੁਲ ਛੇੜਤੀ ਹੈ ਜੀ। ਨਹੀਂ, ਜਿੱਥੋਂ ਤੱਕ ਸਿੱਧੂ ਤੇ ਕੈਪਟਨ ਦੀ ਆਪਾਂ ਗੱਲ ਕਰਦੇ ਹਾਂ ਜੀ, ਇਹਦੇ ਬਾਰੇ ਸਿੱਧੂ ਕੈਪਟਨ ਆਪਣੇ ਜਿਹੜੇ ਸਾਡੇ ਬਾਜਵਾ ਸਾਹਿਬ ਨੇ ਉਹਨੇ ਇੱਕ ਇੰਟਰਵਿਊ 'ਚ ਕਹਿ ਦਿੱਤਾ ਜੀ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ, ਜਦੋਂ ਹੋਊਗੀ ਤੁਹਾਨੂੰ ਮੈਂ ਆਪ ਲਾ ਕੇ ਦੱਸੂਗਾ ਜੀ। ਲੇਕਿਨ ਜਿਸ ਤਰੀਕਾ ਉਹ ਢਿੱਲੀ ਜੀ ਉਹਨਾਂ ਗੱਲ ਕੀਤੀ ਹੈ, ਲੱਗਦਾ ਵੀ ਕਿਤੇ ਕਿਤੇ ਗੱਲ ਜ਼ਰੂਰ ਹੈਗੀ ਹੈ, ਕਿਉਂਕਿ ਅਜੇ ਹੋਰ ਕਿਸੇ ਵੀ ਉਹਨਾਂ ਦੇ ਸਹਿਯੋਗੀ ਨੇ ਟਰਾਈ ਨਹੀਂ ਕੀਤਾ ਜੀ। ਵੈਸੇ ਵੀ ਬਹੁਤ ਦਹਾੜਦੇ ਹੁੰਦੇ ਆ ਬਾਜਵਾ ਸਾਹਿਬ ਜੀ। ਹਾਂਜੀ ਹਾਂਜੀ ਹਾਂਜੀ। ਲੇਕਿਨ ਬਾਜਵਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਵੀ ਜਿਹੜਾ ਮੈਂ 45 ਦਿਨ ਦਾ ਨੋਟਿਸ ਦਿੱਤਾ ਉਹ 'ਚ 1 ਮਹੀਨਾ 15 ਦਿਨ ਬੀਤ ਗਏ ਤੇ 1 ਮਹੀਨਾ ਰਹਿੰਦਾ ਜੀ।
ਉੱਥੇ ਮੈਂ ਖੜਾ, ਜਿਹੜੀ ਮੈਂ ਲੈਟਰ ਲਿਖੀ ਆ ਉਹ ਮੰਗਾਂ ਜੇ ਪ੍ਰਵਾਨ ਨਾ ਕੀਤੀਆਂ ਤੇ ਫਿਰ ਮੈਂ ਆਪਣੇ ਹਿਸਾਬ ਨਾਲ ਕਾਰਵਾਈ ਜ਼ਰੂਰ ਕਰੂ, ਭਾਵੇਂ ਕੈਪਟਨ ਅਮਰਿੰਦਰ ਸਿੰਘ ਜਾਂ ਮਰਜ਼ੀ। ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਜੀ, ਜਿੱਥੇ ਕਾਂਗਰਸ ਨੂੰ ਕੋਈ ਨੁਕਸਾਨ, ਉੱਥੇ ਸਾਰੇ ਇੱਕ ਮੁੱਠ ਸੀ, ਕੈਪਟਨ ਅਮਰਿੰਦਰ ਸਿੰਘ ਮੁੱਠ, ਸਾਰੇ ਉੱਥੇ ਇੱਕ ਮੁੱਠ। ਜੀ, ਸਿੱਧੂ ਬਾਰੇ ਜਿਹਨੇ ਗੱਲ ਕੀਤੀ ਹੈ, ਉਹ ਕਹਿੰਦੇ ਸਿੱਧੂ ਸਾਡਾ ਬੜਾ ਸਤਿਕਾਰਯੋਗ ਤੇ ਪਿਆਰਾ ਆਗੂ ਹੈ ਜੀ, ਉਹ ਆਏ ਨੇ, ਚੰਗੀ ਗੱਲ। ਲੇਕਿਨ ਅਸੀਂ ਇਹ ਗੱਲ ਕਹਾਂਗੇ ਵੀ ਸਿੱਧੂ ਨੂੰ ਤੁਸੀਂ ਜਿਹੜਾ ਮਰਜ਼ੀ ਸੈਂਟਰ ਉਹਦਾ ਦੇਵੇ, ਕੇਂਦਰੀ ਹਾਈਕਮਾਂਡ ਜੋ ਮਰਜ਼ੀ ਤੇ ਸਾਨੂੰ ਪ੍ਰਮਾਣ ਹੋਏਗਾ ਜੀ। ਲੇਕਿਨ ਅਸੀਂ ਕੇਂਦਰੀ ਹਾਈਕਮਾਂਡ ਨੂੰ ਇੱਕ ਅਪੀਲ ਕਰਦੇ ਹਾਂ ਕਿ ਇੰਨਾ ਕੁ ਖਿਆਲ ਤੁਸੀਂ ਜ਼ਰੂਰ ਰੱਖ ਲਿਓ ਵੀ ਭਾਈ ਜਦੋਂ ਉਹਨੂੰ ਤੁਸੀਂ ਅਹੁਦਾ ਕੋਈ ਦੇਣਾ ਵਾ, ਜਿਹੜੇ ਬੰਦੇ 40 ਸਾਲ ਤੋਂ ਲਾਈਨ 'ਚ ਲੱਗੇ ਉਹਨਾਂ ਦੀ ਸੀਨੀਅਰਟੀ ਰੱਖ ਜੀ। ਉਹਨਾਂ ਲਿਖਿਆ ਸੀਨੀਅਰਟੀ, ਕੈਪੇਬਿਲਿਟੀ, ਇੱਕ ਗੱਲ ਹੋਰ ਕੀਤੀ ਸੀ ਉਹਨਾਂ ਨੇ, ਤਿੰਨ ਚੀਜ਼ਾਂ ਕਹੀਆਂ ਸੀ। ਇਹ ਚੀਜ਼ਾਂ ਹੋਣੀਆਂ ਬਹੁਤ, ਇਹ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ। ਅੱਛਾ ਜੀ। ਤੇ ਸਿੱਧੂ ਸਾਹਿਬ ਵਿੱਚ ਸੀਨੀਅਰਟੀ ਜੇ ਨਹੀਂ ਹੈਗੀ, ਉਹ ਜੇ ਕੱਲ ਆਉਣ ਡਿਆ ਜੀ, ਇਸ ਕਰਕੇ ਕੇਂਦਰੀ ਹਾਈਕਮਾਂਡ ਨੂੰ ਅਸੀਂ ਕਹਿੰਦੇ ਵੀ ਸਿੱਧੂ ਇੱਕ ਬੁਲਾਰਾ ਅੱਛਾ ਵਾ, ਕਰਾਊਡ ਪੁੱਲਰ ਆ, ਇੱਕ ਸੈਲੀਬ੍ਰਿਟੀ ਆ, ਸਾਰੇ ਉਹ 'ਚ ਗੁਣ ਹੈਗੇ ਆ। ਲੇਕਿਨ ਸਿਰਫ ਆਹ ਜਿਹੜਾ ਗੁਣ ਆ, ਇਸ ਚੀਜ਼ ਨੂੰ ਬਾਕੀ ਸਾਡੇ ਵਿਧਾਇਕ ਲੋਕ ਨੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਤੇ ਉਹਨਾਂ ਨੂੰ ਗੁਲਦਸਤਾ ਜਿਹੜਾ ਇੱਕ ਹੈਗਾ ਕਾਂਗਰਸ ਵਾਲੇ ਗੁਲਦਸਤਾ ਜਿਹੜੇ ਫੁੱਲ ਨੇ ਉਹਦੇ, ਉਹ ਪੁਰਾਣੇ ਫੁੱਲਾਂ ਨੂੰ 'ਚ ਪਹਿਲ ਦਿੱਤੀ ਜਾਵੇ, ਨਵੇਂ ਫੁੱਲਾਂ ਨੂੰ ਜਿਹੜੀ ਅਜੇ ਪਹਿਰੇਦਾਰੀ ਕਰ ਦਿੱਤੀ ਜਾਵੇ। ਜੀ 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 ਜੀ। ਤੇ ਸੋਨੀਆ ਨਾਲ ਮੀਟਿੰਗ ਇਹਦੇ ਬਾਰੇ ਵੀ ਥੋੜਾ ਬਰੀਫ ਕਰ ਦਿਓ ਜੀ। ਸੋਨੀਆ ਦੀ ਜਿਹੜੀ ਮੀਟਿੰਗ ਦੀ ਗੱਲ ਕਰਦੇ ਸੀਗੀ ਜੀ, ਮੀਟਿੰਗ ਤੁਹਾਨੂੰ ਪਤਾ ਹੈ ਕਿ ਜਦੋਂ ਬਾਜਵਾ ਬਣਿਆ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ 2012-7 ਜੀ ਉਦੋਂ ਲੱਥੇ ਸੀ ਤੇ ਉਦੋਂ ਇਹਨਾਂ ਨੂੰ ਬਣਾਇਆ ਸੀ, ਆਪਣੇ ਨੂੰ ਬਾਜਵਾ ਸਾਹਿਬ ਨੂੰ ਬਣਾਇਆ ਸੀ, 12 ਚ ਬਣਾਇਆ ਸ਼ਾਇਦ ਜੀ, ਬਾਜਵਾ ਸਾਹਿਬ ਨੂੰ ਬਣਾਇਆ ਸੀਗਾ ਵੀ ਤੁਹਾਡੀ ਕਮਾਂਡ ਦੇ ਵਿੱਚ ਦੋਹਰੀ ਪਾਰਟੀ ਹੈਗੀ ਤੇ ਤੁਸੀਂ ਉਹ ਪਾਸੇ ਹੋ ਜੀ। ਉਦੋਂ ਬਣਾਇਆ ਸੀ, ਬਾਜਵੇ ਨੇ ਬੜਾ ਕੰਮ ਕੀਤਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰਤਾ ਸੀ ਤੇ ਪੰਜਾਬ ਦੇ ਵਿੱਚ ਇੱਕ ਜਿਹੜਾ ਬਾਜਵਾ ਇੱਕ ਰੈਲੀ ਕਰਦਾ ਸੀ ਤੇ 2 ਬਰਾਬਰ ਦੇ ਕਰਦਾ ਸੀ ਕੈਪਟਨ ਅਮਰਿੰਦਰ ਜੀ, ਇਹ ਸ਼ੋਅ ਕਰਨ ਵਾਸਤੇ ਵੀ ਮੈਂ ਇਹਨੂੰ ਜ਼ਿਆਦਾ ਮਜ਼ਬੂਤ ਜੀ। ਅਖੀਰ ਦੇ ਉੱਤੇ ਉਹਨੇ ਆ ਕੇ ਜਿਹੜੀ ਕੇਂਦਰੀ ਹਾਈਕਮਾਂਡ ਨੂੰ ਧਮਕੀ ਦਿੱਤੀ ਸੀ ਕਿ ਮੈਂ ਪੰਜਾਬ ਕਾਂਗਰਸ ਪਾਰਟੀ ਬਣਾ ਰਿਹਾ ਜੀ, ਉਹ ਧਮਕੀ ਦੇ ਕੇ ਫਿਰ ਕਿਸੇ ਤਰੀਕੇ ਨਾਲ ਕੇਂਦਰੀ ਹਾਈਕਮਾਂਡ ਨੇ ਬਾਜਵੇ ਨੂੰ ਮਨਾ ਲਿਆ ਤੇ ਉਹਨਾਂ ਨੇ ਇਹਨਾਂ ਨੂੰ ਫਿਰ ਪ੍ਰਧਾਨ ਬਣਾਤਾ ਕੈਪਟਨ ਅਮਰਿੰਦਰ ਸਿੰਘ ਜੀ। ਜਿਹੜਾ ਉਹ ਦੁੱਖ ਆ, ਉਹ ਦਰਦ ਆ, ਉਹ ਬਾਜਵਾ ਸਾਹਿਬ ਦੇ ਅੱਜ ਵੀ ਅੰਦਰ ਹੈਗਾ ਜੀ। ਉਹ ਕਿਤੋਂ ਕਹਿੰਦੇ ਆ ਵੀ ਵੇਖੋ ਮੇਰੇ ਤੋਂ ਪ੍ਰਧਾਨਗੀ ਖੋਈ ਗਈ ਸੀ, ਲਈ ਨਹੀਂ ਗਈ, ਖੋਈ ਗਈ ਸੀ ਜੀ। ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, ਮੈਂ ਪ੍ਰਚਾਰ ਕਰ ਰਿਹਾ ਸੀ, ਮੈਂ ਡੋਰ ਟੂ ਡੋਰ ਲੋਕਾਂ ਤੱਕ ਜਾ ਰਿਹਾ ਸੀ ਜੀ। ਹੁਣ ਬਾਜਵਾ ਸਾਹਿਬ ਜਿਹੜੀ ਗੱਲ ਕਹਿੰਦੇ ਆ, ਉਹਨਾਂ ਕਹਿਤਾ ਜੀ ਮੈਂ ਕੇਂਦਰੀ ਹਾਈਕਮਾਂਡ ਨੂੰ ਇਹ ਗੱਲ ਕਹਿ ਦਿੱਤੀ ਵੀ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੀ, ਕੋਈ ਪ੍ਰਧਾਨਗੀ ਜਿਹਦੀ ਕੁਛ ਨਹੀਂ ਚਾਹੀਦਾ ਮੈਨੂੰ ਜੀ। ਲੇਕਿਨ ਮੈਂ ਇਹ ਗੱਲ ਕਹਿੰਦਾ ਵੀ ਜਿਹੜੇ ਸਾਡੇ ਬੰਦੇ ਡਿਜ਼ਰਵ ਕਰਦੇ ਆ ਉਹ ਪਿੱਛੇ ਨਾ ਰਹਿ ਜਾਣ, ਕਿਸੇ ਨਵੇਂ ਬੰਦੇ ਨੂੰ ਮੌਕਾ ਦੇ ਕੇ ਤੁਸੀਂ ਜਿਹੜੀ ਸੀ ਇਹ ਆਪਣੀ ਜਿਹੜੀ ਪਰੰਪਰਾ ਉਹਦੀ ਉਲੰਘਣਾ ਹੋਵੇ ਜੀ ਜੀ। ਲੇਕਿਨ ਨਾਲੇ ਵੀ ਕਹਿਤਾ ਕਿ ਜੋ ਪਾਰਟੀ ਹਾਈਕਮਾਂਡ ਦਾ ਹੋਏਗਾ ਉਹਨੂੰ ਮਨਜ਼ੂਰ ਕਰਾਂਗੇ ਅਸੀਂ ਜੀ ਜੀ। ਜਿਹੜੀ ਗੱਲ ਉਹਨਾਂ ਦੱਬੀ ਵਿਚਾਰ ਚ ਕਹੀ ਤੇ ਮੀਟਿੰਗ ਨਹੀਂ ਹੋਈ, ਜਿੱਦਣ ਮੈਂ ਕਰੂੰਗਾ ਗੱਜ ਵੱਜ ਕੇ ਕਰੂੰਗਾ ਜੀ। ਤੁਹਾਨੂੰ ਪਤਾ ਹੋਏਗਾ ਕਿ ਜਦੋਂ ਇਹਨਾਂ ਦੀ ਪੋਤੀ ਦੀ ਮੈਰਿਜ ਸੀਗੀ ਤੇ ਬੀਬੀ ਪਰਨੀਤ ਕੌਰ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਟੈਲੀਫੋਨ ਕਹਿ ਕੇ ਬੁਲਾਇਆ ਸੀ ਬਾਜਵਾ ਸਾਹਿਬ ਨੂੰ, ਤੁਸੀਂ ਆਓ ਜੀ। ਕਿ ਬੀਬੀ ਪਰਨੀਤ ਕੋਲ ਨਾ ਚੰਗੇ ਅੱਛੇ ਰਿਲੇਸ਼ਨ ਇਹਨਾਂ ਦੇ ਹੈਗੇ ਆ, ਜਸਬੀਰ ਸਿੰਘ ਡਿੰਪੇ ਨਾਲ ਅੱਛੇ ਰਿਲੇਸ਼ਨ ਬਾਜਵੇ ਦੇ ਹੈਗੇ ਆ, ਉਹ ਕੈਪਟਨ ਅਮਰਿੰਦਰ ਸਿੰਘ ਨੇੜੇ ਆ। ਬੀਬੀ ਪਰਨੀਤ ਕੌਰ ਤੇ ਡਿੰਪੇ ਦੀ ਜਿਹੜੀ ਅਸੀਂ ਵਿਚੋਲਗੀ ਕਰਕੇ ਇਹ ਮੀਟਿੰਗ ਸੰਭਵ ਹੋ ਸਕੀ ਆ। ਇਹ ਮੀਟਿੰਗ ਕਿੱਥੇ ਹੋਈ ਹੈ ਕਿੱਥੇ ਨਹੀਂ ਹੋਈ, ਇਹ ਤੇ ਇੱਕ ਅਲੱਗ ਇਸ਼ੂ ਆ। ਕੋਈ ਕਹਿੰਦਾ ਜੀ ਬਾਜਵਾ ਸਾਹਿਬ ਦੇ ਘਰ ਕਹਿੰਦੇ, ਕੋਈ ਕਹਿੰਦਾ ਕਿਤੇ ਹੋਈ ਆ। ਇਹ ਮੀਟਿੰਗ ਜਿਹੜੀ ਆ ਉਹ ਦੱਬੀ ਸੁਰ ਕਹਿੰਦੇ, ਉਹਦੇ ਚ ਮੀਟਿੰਗ ਹੋਈ ਜ਼ਰੂਰ ਆ, ਸਿਰਫ ਇੱਕੋ ਹੀ ਸਿੱਧੂ ਨੂੰ ਰੋਕਣ ਵਾਸਤੇ ਜੀ। ਤੇ ਸਿੱਧੂ ਨੂੰ ਰੋਕਣ ਵਾਸਤੇ ਬਾਜਵਾ ਸਾਹਿਬ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਵੀ ਨਵੇਂ ਪੁਰਾਣੇ ਫੁੱਲਾਂ ਦਾ ਜਿਹੜਾ ਉਹ ਸਤਿਕਾਰ ਕੀਤਾ ਜਾਵੇ, ਉਹਨੂੰ ਪਹਿਲ ਦਿੱਤੀ ਜਾਵੇ ਜੀ ਜੀ ਜੀ। ਭੱਟੀ ਸਾਹਿਬ ਜੀ, ਸੋ ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਤੁਸੀਂ ਖਬਰਾਂ ਬਾਰੇ ਗੱਲਬਾਤ ਕੀਤੀ ਜੀ ਜੀ। ਸੋ ਸਰੋਤਿਓ ਹੁਣ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਸ਼ਮਾਦਾਨ ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर्स दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन। इन्हां कोल ड्राई ते रीफर लोड भी है। होम रिटर्न विद इन 5 days, बाई वीकली ते चंगी तनख्वाह दिंदे आ। और हाँ, सिंगल ते टीम्स दोनां नूं हायर करदे ने। वधेरे जानकारी लई कॉल 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ